ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਆਪ ਸਾਰਿਆਂ ਦਾ ਸਵਾਗਤ ਹੈ। ਹਰ ਮੰਗਲਵਾਰ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਸਾਡੇ ਨਾਲ ਹਾਜ਼ਰ ਹੁੰਦੇ ਹਨ ਔਰ ਵਾਰ 7 ਜੋ ਗੌੜੀ ਰਾਗ ਵਿੱਚ ਭਗਤ ਕਬੀਰ ਜੀ ਦੀ ਰਚਨਾ ਹੈ, ਪਿਛਲੇ ਹਫ਼ਤੇ ਆਪ ਜੀ ਨੇ ਉਹਦੀ ਵਿਚਾਰ ਸ਼ੁਰੂ ਕੀਤੀ ਹੈ। ਇੱਕ ਅੰਕ ਤੱਕ ਤੇ ਉਹਦੇ ਅੰਕ ਤੱਕ ਵਿਚਾਰ ਕੀਤੀ ਜਾ ਚੁੱਕੀ ਹੈ। ਅੱਜ ਸੋਮਵਾਰ ਸਸ ਅੰਮ੍ਰਿਤ ਝਰੈ, ਝਾਗਤ ਵੇਗ ਸਗਲ ਬਿਖ ਹਰੈ। ਅੱਜ ਦੀ ਵਿਚਾਰ ਇੱਥੋਂ ਆਰੰਭ ਹੁੰਦੀ ਹੈ। ਮੈਂ ਬੇਨਤੀ ਕਰ ਰਿਹਾ ਹਾਂ ਵੀਰ ਅੰਮ੍ਰਿਤਪਾਲ ਸਿੰਘ ਜੀ ਨੂੰ ਕਿ ਅੱਜ 7 ਵਾਰ 7 ਜੋ ਗੌੜੀ ਰਾਗ ਦੇ ਭਗਤ ਕਬੀਰ ਜੀ ਦੀ ਰਚਨਾ ਹੈ, ਉਹਦੀ ਅਗਲੀ ਵਿਚਾਰ ਆਰੰਭ ਕਰਨ ਵੀਰ ਅੰਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਰਦਾਰ ਹਰਜੀਤ ਸਿੰਘ ਜੀ ਅਤੇ ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ, ਇਸ ਕਲਾਸ ਨਾਲ ਜੁੜੀ ਹੋਈ ਸਮੂਹ ਸਾਧ ਸੰਗਤ ਨੂੰ ਦਾਸ ਵੱਲੋਂ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਗਤ ਕਬੀਰ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਅਸੀਂ ਗੌੜੀ ਰਾਗ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ, ਜਿਹੜੀ 7 ਵਾਰਾਂ ਦੇ ਉੱਤੇ ਆਧਾਰਿਤ ਹੈ, ਜਿਹਦੇ ਵਿੱਚ ਅਸੀਂ ਪਹਿਲਾ ਬੰਦ ਤੇ ਰਹਾਉ ਦੇ ਬੰਦ ਦੀ ਵਿਚਾਰ ਕਰ ਚੁੱਕੇ ਹਾਂ। ਉਸ ਤੋਂ ਅਗਲੇ ਬੰਦ ਦੀ ਇਹ ਵਿਚਾਰ ਆਰੰਭ ਹੋਣ ਜਾ ਰਹੀ ਹੈ। ਅਸੀਂ ਇਸ ਵਾਰ ਦੇ ਵਿੱਚ, ਇਸ 7 ਵਾਰਾਂ ਦੀ ਬਾਣੀ ਦੇ ਵਿੱਚ ਸਭ ਤੋਂ ਪਹਿਲਾਂ ਐਤਵਾਰ ਦੇ ਨਾਲ ਸਾਂਝ ਪਾਈ ਸੀ। ਭਗਤ ਜੀ ਨੇ ਮਨੁੱਖ ਨੂੰ ਉਪਦੇਸ਼ ਕੀਤਾ ਕਿ ਬਾਰ-ਬਾਰ ਹਰ ਕੇ ਗੁਣ ਗਾਉ, ਗੁਰਗਮ ਭੇਦ ਸੋ ਹਰ ਕਾ ਪਾਉ। ਮੈਂ ਦਿਨਾਂ ਦੀ ਵਿਚਾਰ ਨਹੀਂ ਕਰਦਾ, ਮੈਂ ਬਾਰ-ਬਾਰ ਹਰ ਸਮੇਂ ਉਸ ਪ੍ਰਭੂ ਦੇ ਗੁਣਾਂ ਦੇ ਨਾਲ ਜੁੜਿਆ ਰਹਿੰਦਾ ਹਾਂ, ਉਹਦੇ ਗੁਣਾਂ ਨੂੰ ਗਾਉਂਦਾ ਹਾਂ ਔਰ ਗੁਰੂ ਦੇ ਰਾਹੀਂ ਮੈਂ ਇਸ ਭੇਤ ਨੂੰ ਸਮਝ ਲਿਆ ਹੈ। ਭਾਵ ਸਿੱਖ ਦੇ ਲਈ ਕੋਈ ਦਿਨ ਚੰਗਾ ਕੋਈ ਮਾੜਾ ਨਹੀਂ, ਹਰ ਸਮੇਂ ਹੀ ਉਹਨੇ ਪ੍ਰਭੂ ਨੂੰ ਯਾਦ ਕਰਨਾ ਹੈ। ਔਰ ਇੱਥੇ ਗੱਲ ਹੋਰ ਵੀ ਸਮਝਣ ਵਾਲੀ ਹੈ, ਰੱਬ ਦਾ ਨਾਮ ਲੈਣ ਵਾਸਤੇ, ਰੱਬੀ ਗੁਣਾਂ ਨਾਲ ਸਾਂਝ ਪਾਉਣ ਵਾਸਤੇ ਕੋਈ ਸਮਾਂ ਵਿਸ਼ੇਸ਼ ਨਹੀਂ ਹੈ ਕਿ ਅਸੀਂ 24 ਘੰਟਿਆਂ ਵਿੱਚੋਂ ਵੀ ਕਹੀਏ, ਦਿਨ ਰਾਤ ਦੇ ਵਿੱਚ ਵੀ ਆਹ ਸਮਾਂ ਵਿਸ਼ੇਸ਼ ਹੈ। ਇਸ ਤਰ੍ਹਾਂ ਦੀ ਵੀ ਕੋਈ ਗੱਲ ਨਹੀਂ ਹੈ। ਸਿੱਖ ਨੇ ਤੇ ਹਰੇਕ ਸਵਾਸ ਹੀ ਜੁੜੇ ਰਹਿਣਾ ਹੈ। ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਇਸ ਕਰਕੇ ਕੋਈ ਸਮਾਂ ਵਿਸ਼ੇਸ਼ ਨਹੀਂ, ਕੋਈ ਦਿਨ ਵਿਸ਼ੇਸ਼ ਨਹੀਂ, ਸਾਰੇ ਹੀ ਸਮੇਂ ਇੱਕੋ ਜਿਹੇ ਨੇ। ਪਰ ਜਦੋਂ ਅਸੀਂ ਪ੍ਰਭੂ ਨਾਲ ਜੁੜ ਜਾਂਦੇ ਹਾਂ, ਅਸੀਂ ਉਸ ਸਮੇਂ ਨੂੰ ਵਿਸ਼ੇਸ਼ ਆਪ ਬਣਾ ਲੈਂਦੇ ਹਾਂ। ਉਸ ਤੋਂ ਬਾਅਦ ਭਗਤ ਜੀ ਨੇ ਐਤਵਾਰ ਦਾ ਜ਼ਿਕਰ ਕੀਤਾ ਸੀ। ਅਸੀਂ ਐਤਵਾਰ ਦੀ ਵੀ ਵਿਚਾਰ ਕੀਤੀ ਹੈ। ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਮ, ਐਨਸ ਅਖੰਡ ਸੁਰਹੀ ਜਾਏ। ਔਰ ਨਾਲ ਨਾਲ ਤੋ ਅਨਹਦ ਵੇਦ ਸਹਿਜ ਮੈਂ ਬਾਏ, ਕਿ ਜਦੋਂ ਕੋਈ ਮਨੁੱਖ ਰੱਬੀ ਯਾਦ ਨਾਲ ਜੁੜਦਾ ਹੈ, ਜਿਵੇਂ ਉਹਦੇ ਸਾਰੇ ਦਿਨ ਸਫਲ ਹੁੰਦੇ ਨੇ, ਐਤਵਾਰ ਵੀ ਉਹਦਾ ਸਫਲ ਹੁੰਦਾ ਹੈ। ਭਾਵ ਜਦੋਂ ਕੋਈ ਪ੍ਰਭੂ ਦੀ ਭਗਤੀ ਆਰੰਭ ਕਰ ਲੈਂਦਾ ਹੈ ਤੇ ਪ੍ਰਭੂ ਦੀ ਭਗਤੀ ਉਹਦੇ ਸਰੀਰਕ ਘਰ ਨੂੰ ਇੱਕ ਥੰਮੀ ਦਾ ਕੰਮ ਦਿੰਦੀ ਹੈ। ਭਾਵ ਜਿਹੜੇ ਮਨ ਦੇ ਫੁਰਨਿਆਂ ਦੇ ਵਿਚਕਾਰ ਜੀਵ ਡੋਲਦਾ ਹੈ, ਉਹਨੂੰ ਸਹਾਰਾ ਦਿੰਦੀ ਹੈ। ਔਰ ਉਹ ਜਿਹੜੀ ਰੱਬੀ ਯਾਦ ਉਹਦੇ ਜੀਵਨ ਦੇ ਵਿੱਚ ਲਗਾਤਾਰ ਬਣੀ ਰਹਿੰਦੀ ਹੈ। ਇੱਕ ਅਖੰਡ ਲਗਾਤਾਰ ਪ੍ਰਭੂ ਦੇ ਚਰਨਾਂ ਦੇ ਵਿੱਚ ਉਹਦੀ ਸੁਰਤ ਜੁੜੀ ਰਹਿੰਦੀ ਹੈ। ਉਹਦੀ ਜ਼ਿੰਦਗੀ ਦੇ ਵਿੱਚ ਅਡੋਲਤਾ ਵਿੱਚ ਟਿਕਣ ਕਰਕੇ ਮਨ ਨੂੰ ਅਨੰਦ ਦੇ ਵਾਜੇ ਵੱਜਦੇ ਨੇ। ਉਹਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਦੀ ਯਾਦ ਦੀ ਇੱਕ ਰਸ ਬੰਸਰੀ ਵੱਜਦੀ ਹੈ। ਭਗਤ ਜੀ ਨੇ ਇੱਥੇ ਤੱਕ ਜਿਹੜੀ ਵਿਚਾਰ ਕੀਤੀ ਸੀ, ਅਸੀਂ ਉਹਦੇ ਨਾਲ ਸਾਂਝ ਪਾਈ ਸੀ। ਉਸ ਤੋਂ ਅੱਗੇ ਹੁਣ ਸੋਮਵਾਰ ਦਾ ਇਹ ਦਿਨ ਆ ਗਿਆ। ਯਾਦ ਰੱਖਿਓ ਕਿ ਇਸ ਜਗਤ ਦੇ ਵਿੱਚ ਸਮਾਂ ਜਿਹੜਾ ਹੈ ਉਹ ਆਪਣੀ ਚਾਲ ਮਸਤ ਢੰਗ ਨਾਲ ਚੱਲਦਾ ਜਾਂਦਾ ਹੈ। ਮਨੁੱਖ ਨੇ ਕੀ ਕੀਤਾ, ਇਸ ਸਮੇਂ ਦੀ ਵੰਡ ਕਰ ਲਈ ਸਿਰਫ ਆਪਣੀ ਸਹੂਲਤ ਦੀ ਖਾਤਰ। ਚਸੇ ਬਣਾ ਦਿੱਤੇ, ਵਿਸੇ ਬਣਾ ਦਿੱਤੇ, ਘੜੀਆਂ ਬਣਾ ਦਿੱਤੀਆਂ, ਪਹਿਰ ਬਣਾ ਦਿੱਤੇ, ਦਿਨ
ਰਾਤ ਬਣਾ ਲਏ ਜਾਂ ਵਾਰ ਬਣਾ ਲਏ, 7 ਦਿਨ ਬਣਾ ਲਏ, 12 ਮਹੀਨੇ ਬਣਾ ਲਏ, 6 ਰੁੱਤਾਂ ਜਿਹੜੀਆਂ ਉਹ ਸੂਰਜ ਦੇ ਬੇਸ ਦੇ ਉੱਪਰ ਬਣੀਆਂ। ਔਰ ਇਹਨਾਂ ਦਿਨਾਂ ਵਾਰਾਂ ਦੇ ਨਾਮ ਮਨੁੱਖ ਨੇ ਆਪ ਰੱਖੇ ਨੇ। ਤੇ ਸਮੇਂ ਦੇ ਨਾਲ ਹੀ ਇੱਕ ਚਲਾਕ ਕਿਸਮ ਦਾ ਵਰਗ ਪੈਦਾ ਹੋ ਗਿਆ ਜਿਹਨੂੰ ਅਸੀਂ ਪੁਜਾਰੀ ਵਰਗ ਕਹਿ ਦਈਏ। ਇਹ ਪੁਜਾਰੀ ਵਰਗ ਐਸਾ ਹੈ, ਇਹਨੇ ਲੋਕਾਂ ਦੇ ਵਿੱਚ ਇੱਕ ਭੁਲੇਖਾ ਖੜਾ ਕਰ ਦਿੱਤਾ ਕਿ ਆਹ 7 ਦਿਨ ਤੇ ਬਣੇ ਨੇ, ਐਤ ਸੋਮ ਮੰਗਲ ਬੁੱਧ ਵੀਰ, ਪਰ ਇਹ ਸਾਰੇ ਚੰਗੇ ਨਹੀਂ ਹੁੰਦੇ। ਇਹਨਾਂ ਵਿੱਚੋਂ ਕੁਝ ਬੜੇ ਚੰਗੇ ਨੇ, ਕੁਝ ਬੜੇ ਮਾੜੇ ਨੇ। ਕੁਝ ਤੋਂ ਬਚ ਕੇ ਰਹੋ, ਕੁਝ ਬੜੇ ਚੰਗੇ ਨੇ। ਇਹਨਾਂ ਦਿਨਾਂ 'ਚ ਕੀ ਕਰੋ ਫਿਰ? ਸਾਨੂੰ ਦਾਨ ਕਰੋ, ਇਹਨਾਂ ਦਿਨਾਂ ਦੀ ਪੂਜਾ ਕਰੋ ਤੇ ਸਾਨੂੰ ਦਾਨ ਦਕਸ਼ਨਾ ਦਿਓ, ਫਿਰ ਤੁਹਾਡਾ ਇਹ ਦਿਨ ਚੰਗਾ ਹੋ ਜਾਏਗਾ। ਇਸ ਤਰ੍ਹਾਂ ਦੇ ਬਹੁਤ ਸਾਰੇ ਭਰਮ ਜਾਲ ਖੜੇ ਕਰ ਦਿੱਤੇ। ਇਹਨਾਂ ਭਰਮ ਜਾਲਾਂ ਵਿੱਚ ਕੁਝ ਦਿਨਾਂ ਨੂੰ ਚੰਗਾ ਤੇ ਕੁਝ ਨੂੰ ਮਾੜਾ ਮੰਨ ਲਿਆ ਗਿਆ। ਏਦਾਂ ਹੀ ਮਹੀਨੇ, ਏਦਾਂ ਹੀ ਦਿਨ। ਮਹੀਨਿਆਂ ਦੇ ਵਿੱਚ ਵੀ ਕੁਝ ਮਹੀਨੇ ਬੜੇ ਚੰਗੇ ਮੰਨ ਲਏ ਗਏ ਤੇ ਕੁਝ ਮਹੀਨੇ ਬੜੇ ਅਸ਼ੁਭ ਮੰਨ ਲਏ ਗਏ ਕਿ ਜਿਹੜਾ ਕੱਤਕ ਦਾ ਮਹੀਨਾ ਹੈ ਇਹ ਚੰਗਾ ਨਹੀਂ ਹੈ, ਜਾਂ ਜਿਹੜਾ ਫੱਗਣ ਦਾ ਮਹੀਨਾ ਹੈ, ਮਾਘ ਦਾ ਮਹੀਨਾ ਜਿਹੜਾ ਬੜਾ ਚੰਗਾ ਹੁੰਦਾ ਵੈ। ਏਦਾਂ ਇਸੇ ਤਰ੍ਹਾਂ ਬੁੱਧਵਾਰ ਤੇ ਬੜਾ ਚੰਗਾ ਹੁੰਦਾ ਹੈ, ਸ਼ਨੀਵਾਰ ਬੜਾ ਮਾੜਾ ਹੁੰਦਾ ਹੈ। ਸਿਰਫ ਮਹੀਨਿਆਂ ਨੂੰ ਹੀ ਚੰਗਾ ਮਾੜਾ ਨਹੀਂ ਮੰਨਿਆ, ਸਿਰਫ ਦਿਨਾਂ ਨੂੰ ਹੀ ਚੰਗਾ ਮਾੜਾ ਨਹੀਂ ਮੰਨਿਆ, ਬਲਕਿ ਇੱਕ ਦਿਨ ਦੇ ਵਿੱਚ ਸਮੇਂ ਨੂੰ ਵੀ ਚੰਗਾ ਮੰਨ ਲਿਆ ਕਿ ਆਹ ਵਾਲਾ ਸਮਾਂ ਜਦੋਂ ਇਸ ਟਾਈਮ ਤੇ ਰੱਬ ਦਾ ਨਾਮ ਜਪੋਗੇ ਬੜਾ ਸ਼ੁਭ ਸਮਾਂ, ਜੇ ਥੋੜਾ ਲੇਟ ਹੋ ਗਏ ਫਿਰ ਇੰਨਾ ਸ਼ੁਭ ਨਹੀਂ ਹੈ। ਸਮੇਂ ਨੂੰ, ਦਿਨ ਨੂੰ ਵੀ ਚੰਗਾ ਮਾੜਾ ਬਣਾ ਦਿੱਤਾ ਕਿ ਇਹਦਾ ਆਹ ਵਾਲਾ ਪਹਿਰ ਤੇ ਬੜਾ ਚੰਗਾ ਹੈ, ਜੇ ਇਸ ਪਹਿਰ ਉੱਠ ਕੇ ਤੁਸੀਂ ਰੱਬ ਦੀ ਭਗਤੀ ਕਰੋਗੇ ਤੇ ਬੜਾ ਫਲ ਮਿਲੇਗਾ। ਜੇ ਇਹ ਪੈਰ ਨਿਕਲ ਗਿਆ, ਦੂਜੇ ਪੈਰ ਭਗਤੀ ਕਰੋਗੇ ਘੱਟ ਫਲ ਮਿਲੇਗਾ। ਜੇ ਉਹ ਦੂਜਾ ਪੈਰ ਵੀ ਲੰਘ ਗਿਆ, ਤੀਜਾ ਪੈਰ ਆ ਗਿਆ, ਫਿਰ ਭਗਤੀ ਦਾ ਉਹਨਾਂ ਫਲ ਨਹੀਂ ਮਿਲਣਾ। ਪਹਿਰਿਆਂ ਨੂੰ ਵੀ ਚੰਗਾ ਮਾੜਾ ਬਣਾ ਦਿੱਤਾ, ਦਿਨਾਂ ਨੂੰ ਵੀ ਚੰਗਾ ਮਾੜਾ ਬਣਾ ਦਿੱਤਾ, ਮਹੀਨਿਆਂ ਨੂੰ ਵੀ ਚੰਗਾ ਮਾੜਾ ਬਣਾ ਦਿੱਤਾ। ਸਾਡੀ ਕੌਮ ਦੇ ਵਿੱਚੋਂ ਦਿਨਾਂ ਤੇ ਮਹੀਨਿਆਂ ਦੇ ਚੰਗੇ ਮਾੜੇ ਵਹਿਮ ਤੇ ਨਿਕਲ ਗਏ ਨੇ ਲਗਭਗ, ਪਰ ਪਹਿਰਿਆਂ ਦੇ ਹਜੇ ਤੱਕ ਨਹੀਂ ਨਿਕਲੇ ਭਰਮ। ਅਜੇ ਵੀ ਅਸੀਂ ਸਮਝਦਾ ਵੀ ਆਹ ਪਹਿਰ ਤੇ ਬੜਾ ਚੰਗਾ ਹੈ ਰੱਬ ਦੀ ਭਗਤੀ ਲਈ, ਆਹ ਪਹਿਰ ਇੰਨਾ ਚੰਗਾ ਨਹੀਂ ਹੈ, ਇਸ ਪਹਿਰ ਭਗਤੀ ਕਰਾਂਗੇ ਤੇ ਬੜਾ ਫਲ ਮਿਲੇਗਾ। ਆਹ ਪਹਿਰ ਨਿਕਲ ਗਿਆ ਨਾ, ਮੁੜ ਕੇ ਭਗਤੀ ਦਾ ਉਹਨਾਂ ਫਲ ਨਹੀਂ ਮਿਲਣਾ ਸਾਨੂੰ। ਅਸੀਂ ਪਹਿਰਿਆਂ ਨੂੰ ਚੰਗਾ ਮਾੜਾ ਬਣਾ ਲਿਆ, ਪਰ ਗੁਰੂ ਜੀ ਨੇ ਕਹਿ ਦਿੱਤਾ ਕਿ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ। ਉਹ 'ਚ ਮਹੀਨੇ ਵੀ ਆ ਗਈ, ਦਿਨ ਵੀ ਆ ਗਏ, ਮੂਰਤ ਸਮਾਂ, ਪਹਿਰ ਤੇ ਘੜੀਆਂ ਵੀ ਆ ਗਈਆਂ, ਸਾਰਾ ਕੁਝ ਵਿੱਚ ਆ ਗਿਆ। ਉਹ ਉਦੋਂ ਚੰਗੇ ਨੇ ਜਦੋਂ ਅਸੀਂ ਪ੍ਰਭੂ ਦੀ ਨਜ਼ਰ ਦੇ ਪਾਤਰ ਹੋ ਜਾਂਦੇ ਹਾਂ, ਜਦੋਂ ਅਸੀਂ ਰੱਬੀ ਗੁਣਾਂ ਦੇ ਨਾਲ ਸਾਂਝ ਪਾ ਲੈਂਦੇ ਹਾਂ, ਉਦੋਂ ਸਾਡੇ ਸਾਰੇ ਹੀ ਸਮੇਂ ਚੰਗੇ ਨੇ। ਪਰ ਜਦੋਂ ਰੱਬ ਦੀ ਯਾਦ ਤੋਂ ਟੁੱਟ ਜਾਂਦੇ ਹਾਂ, ਸਾਡੇ ਸਾਰੇ ਸਮੇਂ ਮਾੜੇ ਹੋ ਜਾਂਦੇ ਨੇ। ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੈ ਚਿਤ, ਜਿਤ ਦਿਨ ਬਿਸਰੈ ਪਾਰ ਬ੍ਰਹਮ, ਫਿਟ ਪ੍ਰੇਰੀ ਰੁੱਤ। ਕੋਈ ਸਮਾਂ ਆਪਣੇ ਆਪ ਚੰਗਾ ਜਾਂ ਮਾੜਾ ਨਹੀਂ ਹੈ, ਬਲਕਿ ਚੰਗੇ ਮਾੜੇ ਸਾਡੇ ਕਰਮ ਹੁੰਦੇ ਨੇ। ਜਿਹੋ ਜਿਹਾ ਅਸੀਂ ਕਰਮ ਕਰਦੇ ਹਾਂ ਉਹੋ ਜਿਹਾ ਸਾਨੂੰ ਫਲ ਮਿਲ ਜਾਂਦਾ ਹੈ। ਕੋਈ ਦਿਨ ਸਾਨੂੰ ਸੁੱਖ ਦੁੱਖ ਨਹੀਂ ਦਿੰਦਾ ਕਿ ਇਸ ਦਿਨ ਵਿੱਚ ਆਹ ਕੰਮ ਕਰਾਂਗੇ ਤੇ ਸੁੱਖ ਮਿਲ ਜਾਏਗਾ, ਇਸ ਦਿਨ ਵਿੱਚ ਆਹ ਕੰਮ ਕਰਾਂਗੇ ਤੇ ਦੁੱਖ ਮਿਲੇਗਾ। ਦਿਨ ਕਦੀ ਕਿਸੇ ਨੂੰ ਸੁੱਖ ਦੁੱਖ ਨਹੀਂ ਦਿੰਦੇ, ਪਹਿਰੇ ਕਦੀ ਸੁੱਖ ਦੁੱਖ ਨਹੀਂ ਦਿੰਦੇ, ਮਹੀਨੇ ਸੁੱਖ ਦੁੱਖ ਨਹੀਂ ਦਿੰਦੇ। ਇਹ ਸੁੱਖ ਦੁੱਖ ਦਾ ਸੰਬੰਧ ਸਾਡੇ ਕਰਮਾਂ ਦੇ ਨਾਲ ਹੈ। ਜਿੱਦਾਂ ਦੀ ਸਾਡੀ ਬੋਲਬਾਣੀ ਹੋਏਗੀ ਉਦਾਂ ਦਾ ਸੁੱਖ ਹੋਏਗਾ, ਉਦਾਂ ਦੇ ਸੁੱਖ ਹੋਏਗਾ, ਉਦਾਂ ਦੇ ਦੁੱਖ ਹੋਏਗਾ। ਜਿੱਦਾਂ ਦੀ ਸਾਡੀ ਸੋਚ ਹੋਏਗੀ ਉਦਾਂ ਦੀ ਸਾਡਾ ਸੁੱਖ ਦੁੱਖ ਬਣ ਜਾਏਗਾ। ਜਿੱਦਾਂ ਦਾ ਸਾਡਾ ਦੂਜੇ ਨਾਲ ਵਿਹਾਰ ਹੋਏਗਾ ਉਹਦੇ ਉੱਤੇ ਡਿਪੈਂਡਡ ਹੀ ਸਾਡਾ ਸੁੱਖ ਤੇ ਦੁੱਖ ਪੈਦਾ ਹੋ ਜਾਏਗਾ। ਮੈਂ ਕਿਸੇ ਨੂੰ ਮਿੱਠਾ ਬੋਲਦਾ ਹਾਂ, ਚੰਗਾ ਵਿਹਾਰ ਕਰਦਾ ਵਾਂ, ਦੂਜੇ ਵੱਲੋਂ ਮੈਨੂੰ ਸੁੱਖ ਮਿਲ ਜਾਂਦਾ ਹੈ, ਖੁਸ਼ੀ ਮਿਲ ਜਾਂਦੀ ਹੈ। ਮੈਂ ਕਿਸੇ ਨੂੰ ਮਾੜਾ ਕਹਿੰਦਾ ਵਾਂ, ਕਿਸੇ ਨੂੰ ਬੁਰਾ ਬੋਲਦਾ ਵਾਂ, ਮੇਰੀ ਜ਼ਿੰਦਗੀ 'ਚ ਕਲੇਸ਼ ਆ ਜਾਂਦੇ ਨੇ, ਝਗੜੇ ਆ ਜਾਂਦੇ ਨੇ, ਤੇ ਮੈਂ ਕਹਾਂ ਦੂਜਾ ਮੇਰੇ ਨਾਲ ਕਲੇਸ਼ ਕਰ ਰਿਹਾ, ਨਹੀਂ ਮੇਰੀ ਬੋਲ ਬਾਣੀ, ਮੇਰਾ ਵਿਹਾਰ ਇਹੀ ਮੈਨੂੰ ਦੁੱਖ ਦੇ ਰਿਹਾ। ਇਸ ਕਰਕੇ ਸੁੱਖ ਦੁੱਖ ਕਿਸੇ ਸਮੇਂ ਦੀ ਉਪਜ ਨਹੀਂ ਹਨ, ਸਾਡੇ ਕਰਮਾਂ ਦੇ ਆਧਾਰ ਤੇ ਸਾਨੂੰ ਸੁੱਖ ਤੇ ਦੁੱਖ ਮਿਲਦੇ ਨੇ। ਸਾਡਾ ਬਿਹੇਵੀਅਰ ਇਹ ਤੈਅ ਕਰਦਾ ਹੈ, ਸਾਡੀ ਸੋਚ ਇਹ ਤੈਅ ਕਰਦੀ ਹੈ ਕਿ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਹੋਏਗੀ ਜਾਂ ਦੁੱਖ ਹੋਏਗਾ, ਸ਼ਾਂਤੀ ਹੋਏਗੀ ਜਾਂ ਭਟਕਾਅ ਹੋਏਗਾ। ਇਹ ਸਾਡਾ ਬਿਹੇਵੀਅਰ, ਸਾਡਾ ਵਿਹਾਰ ਤੈਅ ਕਰਦਾ ਹੈ, ਸਾਡੀ ਬੋਲਬਾਣੀ ਤੈਅ ਕਰਦੀ ਹੈ, ਸਾਡੇ ਕਰਮ ਜਿਹੜੇ ਉਹ ਤੈਅ ਕਰਦੇ ਨੇ ਕਿ ਸਾਡੀ ਜ਼ਿੰਦਗੀ 'ਚ ਸੁੱਖ ਹੋਏਗਾ ਤੇ ਦੁੱਖ ਹੋਏਗਾ। ਇਹਦੇ 'ਚ ਦਿਨਾਂ, ਵਾਰਾਂ, ਪਹਿਰਿਆਂ, ਮਹੂਰਤਾਂ ਦਾ ਕੋਈ ਸੰਬੰਧ ਨਹੀਂ ਹੈ। ਤੇ ਜੇ ਕੋਈ ਬੰਦਾ ਹਰ ਵਕਤ ਹੀ ਮਿੱਠਾ ਬੋਲੇ, ਨਿਮਰਤਾ 'ਚ ਰਵੇ, ਸ਼ੁਭ ਗੁਣ ਧਾਰਨ ਕਰੇ, ਉਹ ਤੇ ਫਿਰ ਸੁਖੀ ਹੋ ਜਾਏਗਾ ਨਾ। ਤਾਂ ਹੀ ਭਗਤ ਜੀ ਨੇ ਰਹਾਉ ਦੇ ਬੰਦ ਵਿੱਚ ਕਹਿ ਦਿੱਤਾ, ਬਾਰ-ਬਾਰ ਹਰ ਕੇ ਗੁਣ ਗਾਵੋ। ਮੈਂ ਬਾਰ-ਬਾਰ ਹਰੀ ਦੇ ਗੁਣ ਹੀ ਗਾਈ ਜਾਂਦਾ, ਉਹਦੇ ਗੁਣਾਂ ਨਾਲ ਮੇਰੀ ਹਰ ਵਕਤ ਸਾਂਝ ਬਣੀ ਰਹਿੰਦੀ ਹੈ। ਗੁਰੂ ਨੇ ਮੈਨੂੰ ਭੇਤ ਦੱਸ ਦਿੱਤਾ ਹੈ, ਗੁਰੂ ਨੇ ਇੱਕ ਰਾਜ਼ ਦੀ ਗੱਲ ਦੱਸ ਦਿੱਤੀ
मैं रब्बी गुणा नूं गा के रब नाल जुड़ गया। गुर गम भेद सो हर का पावूं। उस तो बाद जदों ऐतवार की गल की भगत जी ने, ऐतवार दे साडे भुलेखे कढे। आदित मैंने सूरज, ते आदत तो बन गया आयत, आयत तो बन गया ऐत, ऐत मैंने सूरज का दिन, जिन्होंने इंग्लिश में संडे कह दिता जाता है, सन का दिन, जिन्होंने हिंदी में रविवार कह दिता जाता है, रवि का दिन। हुण उस तो अगे आ गया सोम। सोम कहते ने चंद्रमा नूं, जिन्होंने इंग्लिश में कहा जाता है मून। मून तो बन गया मंडे, मून का दिन, जिन्हों असी सोमवार कह दें, भाव चंद्रमा का दिन। हुण जो चंद्रमा का दिन आया, भगत जी अज ये साडे हुण जीवां ते मेहरामत कर रहे ने। सोमवार सस अमृत झरै। सोमवार भाव सोमवार नूं, वार दे रारे नूं आ गई सियारी, भाव सोमवार नूं। हुण सोमवार नूं की हैगा? सोमवार नूं सस, सस का अर्थ है चंद्रमा। सस अमृत झरै। अमृत झरै मैंने अमृत वरसदा है, अमृत झरदा है। भारतीय समाज विच एक बड़ा वड्डा भरम है कि सोमवार नूं चंद्रमा जिहड़ा है ना, चंद्रमा की चाननी दे विच अमृत वरसदा है। ते जे सोमवार नूं चंद्रमा की चाननी दे विच कोई चंद्रमा की पूजा करे, ਉਹਦੇ ਤੇ अमृत वरसेगा। ਜਾਂ सोमवार का ਜਿਹੜਾ सोमावती वर्त रखेगा, सोमवार के दिन कुछ नहीं खाएगा, भुखा रहेगा, ਤੇ ਉਹਦੀ ਭੁੱਖ ਤੋਂ चंद्रमा खुश हो जाएगा भी ये बंदा भुखा रहे ने, रोटी नहीं खाती, ਤੇ ਸਾਨੂੰ ਭੁੱਖਾ देख के वो खुश होएगा, ਤੇ खुश होके ਸਾਡੇ ਤੇ अमृत झर देगा। वो कैसा होएगा चंद्रमा ਜਿਹੜਾ ਸਾਨੂੰ ਭੁੱਖਾ देख के खुश ਹੁੰਦਾ है। ਮਾਪਿਓ ਜਿਹੜੇ ਨੇ ਬੱਚਾ ਰੱਜਿਆ ਹੋਵੇ ਤਾਂ खुश ਹੁੰਦੇ ਨੇ, ਭੁੱਖਾ देख के खुश थोड़े ਹੁੰਦੇ ਨੇ, ਉਹ ਤੇ ਦੁਖੀ ਹੁੰਦੇ ਨੇ, ਸਾਡਾ ਬੱਚਾ ਭੁੱਖਾ ਰਹਿ ਗਿਆ। पर ਕਿਹੋ ਜਿਹਾ ਦੇਵਤਾ ਹੈ ਇਹ ਜਿਹੜਾ ਸਾਨੂੰ ਭੁੱਖਾ ਦੇਖ ਕੇ खुश ਹੁੰਦਾ ਹੈ? ਕਿ ਜਿਹੜਾ ਚੰद्रमा ਦਾ सोमावती वर्त रखेगा, ਉਹਦੇ ਤੇ चंद्रमा खुश हो जाएगा, ਉਹ ਤੇ चंद्रमा ਦੀ खुशी होएगी। पर भगत जी आखते ने इस तरह नहीं है, इस तरह कभी खुशी नहीं मिलती। सोमवार का संबंध चंद्रमा के नाल मन्निया गया, चंद्रमा के नाम से उसका नाम पै गया दिन का, कि यह चंद्रमा का दिन है, सोम का दिन है, ते लोग उस चंद्रमा की पूजा करन लग पे, उस चंद्रमा के नाम पे लोग वर्त रखन लग पे। पर भगत जी आखते ने कि चंद्रमा की पूजा कीतियां कभी सुख नहीं आंदा, चंद्रमा की पूजा कीतियां कभी खुशी नहीं आउंदी, बल्कि अमृत झरदा है। किवें? ऊपर जिहड़ी विचार लगातार चलती आ रही है भगती दी। सोमवार वाले दिन जे कोई प्रभु की भगती नाल सांझ पा लवे, उहदी जिंदगी विच अमृत झरेगा, उहदी जिंदगी विच आत्मक आनंद पैदा होएगा। जिस भगती की गल भगत जी ने ऐतवार तो आरंभ कर दी सी, आदित करे भगत आरंभ, कि भगती आरंभ कर दे, तू रब्बी याद में जुड़ना शुरू कर दे। हुण इह भगती की करेगी? ये भगती सस अमृत झरै। ये भगती वो चंद्रमा है जिहड़ा नाम अमृत की वर्खा करता है। होर किसी भी चंद्रमा ने कुछ नहीं देना, बल्कि तेनू केवल ते केवल एक प्रभु की भगती नाल जुड़ना पएगा। चंद्रमा का जो जिक्र असी करते हैं, चंद्रमा शांति दिंदा है, सुख दिंदा है, पाप धुंदा है। पर भगत त्रिलोचन जी ने बाणी च बड़ा स्पष्ट कर दिता, कह लगे वो पाप की होएगा, वो सुख शांति की देगा, तो आप बड़ा दुखी है, वो तो आप बड़ा कलंकित है। शंकरा मस्तक बस्ता सुसरी स्नान रे, कुलजन मध्य मिले सारंग पान रे, कर्म कर कलंक मफीटसरी। ये तो कलंकी है, इन्हें पाप का साथ दिता है। एक आधा देवता होया, ये तो धोखियां का साथ दिंदा है, धोखेबाजी का साथ दिंदा है। जदों गौतम ऋषि अमृत वेले उठ के नदी ते स्नान करन जांदा है, उदों इंद्र जिहड़ा है वो सोचता है मैं गौतम ऋषि का भेस बना के मैं गौतम ऋषि की स्त्री का सत भंग कर देंगा। कि रोज सवेरे जाता है, यही मौका है जो घरों बाहर निकलता है, उसकी घर वाली अहलियां पिछे कली हुंदी है, जाके उसकी मैं इज्जत लुट लांगा, इंद्र आखदा है।
ਤੇ ਇੰਦਰ ਨੇ ਸਲਾਹ ਕੀਤੀ ਚੰਦਰਮਾ ਨਾਲ ਵੀ ਇਸ ਤਰ੍ਹਾਂ ਕਰ, ਤੂੰ ਜਲਦੀ ਨਿਕਲ ਆਈ। ਤੇ ਗੌਤਮ ਰਿਸ਼ੀ ਨੂੰ ਲੱਗੇਗਾ ਕਿ ਤੇ ਜੀ ਅੰਮ੍ਰਿਤ ਵੇਲਾ ਹੋ ਗਿਆ, ਉੱਠ ਕੇ ਨਿਕਲ ਜਾਏਗਾ ਤੇ ਮੈਂ ਉਹਦੇ ਘਰ ਵੜ ਜਾਵਾਂਗਾ। ਚੰਦਰਮਾ ਆਖਦਾ ਸਤਵਚਨ, ਚੰਦਰਮਾ ਉਹ ਦੇਵਤਾ ਜਿਹੜਾ ਇੰਦਰ ਦੇ ਪਾਪ ਦਾ ਭਾਗੀਦਾਰ ਬਣਿਆ, ਉਹ ਜਲਦੀ ਚੜ ਆਇਆ। ਤੇ ਗੌਤਮ ਨੇ ਸੋਚਿਆ ਵੀ ਅੰਮ੍ਰਿਤ ਵੇਲਾ ਹੋ ਗਿਆ, ਉਹ ਉੱਠ ਕੇ ਨਦੀ ਤੇ ਨਹਾਉਣ ਚਲਾ ਗਿਆ ਤੇ ਇੰਦਰ ਨੇ ਆ ਕੇ ਅਹਲਿਆਂ ਦਾ ਸਤ ਭੰਗ ਕਰ ਦਿੱਤਾ। ਜਿਹੜਾ ਪਾਪ ਦਾ ਸਾਥ ਦੇ ਰਿਹਾ ਹੈ, ਕਰਮ ਕਰ ਕਲੰਕ ਮੈਫੀਟਸ ਰਹੀ, ਜਿਹੜਾ ਖੁਦ ਕਲੰਕੀ ਹੈ, ਉਹ ਭਲਾ ਕਿਸੇ ਦਾ ਕੀ ਵਿਗਾੜੇ, ਕਿਸੇ ਦਾ ਕੀ ਸੁੱਖ ਦੇਗਾ, ਕਿਸੇ ਨੂੰ ਕੀ ਸ਼ਾਂਤੀ ਦੇਗਾ। ਤੇ ਐਸੀਆਂ ਐਸੀਆਂ ਕਹਾਣੀਆਂ ਬਣੀਆਂ ਹੋਈਆਂ ਨੇ ਕਿ ਜਦੋਂ ਇੰਦਰ ਨੇ ਅਹਲਿਆਂ ਦਾ ਸਤ ਭੰਗ ਕਰ ਦਿੱਤਾ, ਜਦੋਂ ਗੌਤਮ ਰਿਸ਼ੀ ਵਾਪਸ ਆਇਆ ਉਹਨੂੰ ਗੁੱਸਾ ਚੜ ਗਿਆ ਵੀ ਚੰਦਰਮਾ ਨੇ ਸਾਥ ਦਿੱਤਾ ਹੈ। ਉਹ ਨਹਾ ਕੇ ਆ ਰਿਹਾ ਸੀ, ਉਹਦੇ ਹੱਥ ਵਿੱਚ ਗਿੱਲਾ ਕਸ਼ਾ ਫੜਿਆ ਹੋਇਆ ਸੀ, ਉਹਨੇ ਚੁੱਕ ਕੇ ਚੰਦਰਮਾ ਦੇ ਮੂੰਹ ਤੇ ਮਾਰਿਆ ਤੇ ਚੰਦਰਮਾ ਦੇ ਮੂੰਹ ਤੇ ਦਾਗ ਪੈ ਗਏ। ਸਾਧ ਸੰਗਤ ਜੀ, ਆ ਜਿਹੜੇ ਚੰਦਰਮਾ ਦੇ ਉੱਪਰ ਧੱਬੇ ਨਜ਼ਰ ਆਉਂਦੇ ਨੇ ਨਾ, ਇਹ ਗੌਤਮ ਰਿਸ਼ੀ ਨੇ ਆਪਣਾ ਕਸ਼ਹਿਰਾ ਉਹਦੇ ਮੂੰਹ ਤੇ ਮਾਰਿਆ ਹੋਇਆ, ਉਹਦੇ ਦਾਗ ਨੇ। ਲੋਕ ਸੁਣ ਰਹੇ ਨੇ, ਸਤਨਾਮ ਵਾਹਿਗੁਰੂ ਕਹਿ ਕੇ ਸੁਣ ਰਹੇ ਨੇ। ਪਹਿਲਾਂ ਇਹ ਕਹਾਣੀਆਂ ਬ੍ਰਾਹਮਣ ਸੁਣਾਉਂਦਾ ਹੁੰਦਾ ਸੀ, ਹੁਣ ਸਾਡੇ ਸਟੇਜਾਂ ਤੋਂ ਸਾਧ ਸੰਤ ਸੁਣਾ ਰਹੇ ਨੇ ਇਹੋ ਜਿਹੀ ਕਹਾਣੀ ਕਿ ਉਹ ਚੰਦਰਮਾ ਉਹ ਕਿਹੜੀ ਚੀਜ਼ ਹੈ ਵੀ ਜਿਹਦੇ ਉੱਪਰ ਗੌਤਮ ਨੇ ਆਪਣਾ ਕੱਛਾ ਮਾਰਿਆ ਤੇ ਉਹਦੇ ਦਾਗ ਪੈ ਗਏ। ਉਹ ਕਿਹੜੇ ਦਾਗ ਨੇ? ਅੱਜ ਸਾਡੇ ਕੋਲ ਸਪਸ਼ਟ ਹੈ ਕਿ ਚੰਦਰਮਾ ਜਿਹੜਾ ਕਿਸੇ ਨੂੰ ਕੁਝ ਦੇ ਨਹੀਂ ਸਕਦਾ। ਚੰਦਰਮਾ ਤੇ ਸਾਡੀ ਧਰਤੀ ਦਾ ਸਿਰਫ ਇੱਕ ਉਪਗ੍ਰਹਿ ਹੈਗਾ, ਧਰਤੀ ਦੇ ਆਲੇ ਦੁਆਲੇ ਘੁੰਮਣ ਵਾਲਾ। ਸਾਡੀ ਧਰਤੀ ਤੋਂ 3,84,000 ਕਿਲੋਮੀਟਰ ਦੂਰ ਹੈ। ਇਸ ਕਰਕੇ ਇਹਦੀ ਰੋਸ਼ਨੀ ਧਰਤੀ ਤੇ ਪਹੁੰਚਣ ਲਈ 1.5 ਮਿੰਟ ਲੱਗ ਜਾਂਦਾ ਲਗਭਗ। ਤੇ ਇਹ ਧਰਤੀ ਦੁਆਲੇ ਚੱਕਰ ਕੱਟਦਾ ਹੈ 29 ਦਿਨ 12 ਘੰਟੇ 44 ਸੈਕਿੰਡ ਦੇ ਵਿੱਚ, 44 ਮਿੰਟ ਦੇ ਵਿੱਚ। 29 ਦਿਨ 12 ਘੰਟੇ 44 ਮਿੰਟ ਦੇ ਵਿੱਚ ਉਹ ਧਰਤੀ ਦੇ ਦੁਆਲੇ ਇੱਕ ਚੱਕਰ ਪੂਰਾ ਕਰਦਾ ਹੈ। ਤੇ ਜਦੋਂ ਕਿਤੇ ਚੱਕਰ ਕੱਟਦਿਆਂ ਚੰਦਰਮਾ ਜਿਹੜਾ ਹੈ ਉਹ ਧਰਤੀ ਤੇ ਸੂਰਜ ਦੇ ਵਿਚਕਾਰ ਆ ਜਾਂਦਾ ਵੈ, ਤੇ ਉਦੋਂ ਸੂਰਜ ਨਜ਼ਰ ਆਉਣਾ ਬੰਦ ਹੋ ਜਾਂਦਾ ਹੈ। ਅਸੀਂ ਕਹਿੰਦੇ ਹਾਂ ਸੂਰਜ ਗ੍ਰਹਿਣ ਲੱਗ ਗਿਆ। ਪਰ ਜਦੋਂ ਇਹੀ ਚੰਦਰਮਾ ਜਿਹੜਾ ਹੈ ਧਰਤੀ, ਸੂਰਜ ਤੇ ਚੰਦਰਮਾ ਦੇ ਵਿਚਕਾਰ ਆ ਜਾਂਦੀ ਹੈ, ਸੂਰਜ ਦੀ ਧੁੱਪ ਪੈਣੀ ਚੰਦਰਮਾ ਤੇ ਬੰਦ ਹੋ ਜਾਂਦੀ ਹੈ, ਕਿਉਂਕਿ ਧਰਤੀ ਦਾ ਪਰਛਾਵਾਂ ਚੰਦਰਮਾ ਤੇ ਪੈਂਦਾ ਹੈ ਤੇ ਚੰਦਰਮਾ ਦਾ ਕੁਝ ਭਾਗ ਬੰਦ ਹੋ ਜਾਂਦਾ ਦਿਸਣਾ। ਅਸੀਂ ਕਹਿੰਦੇ ਵੀ ਚੰਦਰ ਗ੍ਰਹਿਣ ਲੱਗ ਗਿਆ। ਇਹ ਪਰਛਾਵੇਂ ਨੇ ਬਸ। ਕਦੀ ਧਰਤੀ ਦਾ ਪਰਛਾਵਾਂ ਚੰਦਰਮਾ ਤੇ ਪੈ ਗਿਆ ਤੇ ਉਹ ਚੰਦਰਮਾ ਦਾ ਭਾਗ ਨਜ਼ਰ ਨਹੀਂ ਆਇਆ ਸੀ, ਕਦ ਤੱਕ ਗ੍ਰਹਿਣ ਲੱਗ ਗਿਆ। ਤੇ ਕਦੀ ਚੰਦਰਮਾ ਧਰਤੀ ਤੇ ਸੂਰਜ ਦੇ ਵਿਚਕਾਰ ਆ ਗਿਆ, ਸੂਰਜ ਚੰਦਰਮਾ ਦੇ ਪਿੱਛੇ ਚਲਾ ਗਿਆ ਤੇ ਸੂਰਜ ਕੁਝ ਸਮੇਂ ਲਈ ਦਿਸਣਾ ਬੰਦ ਹੋ ਗਿਆ, ਅਸੀਂ ਕਹਿ ਦਿੱਤਾ ਸੂਰਜ ਗ੍ਰਹਿਣ ਲੱਗ ਗਿਆ। ਔਰ ਸੂਰਜ ਚ ਚੰਦਰਮਾ ਗ੍ਰਹਿਣ ਦੇ ਨਾਂ ਤੇ ਵੀ ਲੋਕਾਂ ਚ ਬੜੇ ਭਰਮ ਭੁਲੇਖੇ ਪਾਏ ਗਏ, ਲੋਕਾਂ ਨੂੰ ਡਰਾਇਆ ਗਿਆ, ਬੜਾ ਕੁਛ ਕਿਹਾ ਗਿਆ। ਇਹ ਤੇ ਮਹਿਜ ਪਰਛਾਵੇਂ ਨੇ ਬਸ। ਜਿਵੇਂ ਮੰਨੋ ਮੇਰੇ ਤੇ ਬਲਬ ਦੇ ਵਿਚਕਾਰ ਕੋਈ ਤੀਜੀ ਚੀਜ਼ ਆ ਜਾਏ, ਮੈਨੂੰ ਬਲਬ ਨਜ਼ਰ ਨਾ ਆਵੇ, ਤੇ ਹੁਣ ਮੇਰੇ ਤੇ ਕੀ ਅਸਰ ਹੋਏਗਾ? ਪਹਿਲਾਂ ਸਿੱਧਾ ਬਲਬ ਦੀ ਰੋਸ਼ਨੀ ਮੇਰੇ ਤੇ ਪੈ ਰਹੀ ਸੀ, ਹੁਣ ਨਹੀਂ ਪੈ ਰਹੀ। ਤੇ ਲੋਕ ਆਖਦੇ ਨੇ ਜਦੋਂ ਸੂਰਜ ਗ੍ਰਹਿਣ ਲੱਗ ਜਾਂਦਾ, ਚੰਦਰਮਾ ਵਿੱਚ ਆ ਜਾਂਦਾ, ਉਦੋਂ ਸੂਰਜ ਗ੍ਰਹਿਣ ਨੂੰ ਦੇਖਣਾ ਨਹੀਂ ਚਾਹੀਦਾ, ਅੱਖਾਂ ਨੀਆਂ ਹੋ ਜਾਂਦੀਆਂ ਨੇ। ਜਦੋਂ ਸੂਰਜ ਸਿੱਧੀ ਧੁੱਪ ਪਾ ਰਿਹਾ, ਸਿੱਧੀ ਰੋਸ਼ਨੀ ਪਾ ਰਿਹਾ, ਉਦੋਂ ਤੇ ਕੁਝ ਹੋ ਨਹੀਂ ਰਿਹਾ। ਜਦੋਂ ਸੂਰਜ ਅੱਗੇ ਕੋਈ ਚੀਜ਼ ਆ ਗਈ, ਹੁਣ ਕੀ ਹੋ ਜਾਏਗਾ? ਇਸ ਤਰ੍ਹਾਂ ਦੇ ਭੁਲੇਖੇ ਪਾਏ ਗਏ ਲੋਕਾਂ ਦੇ ਮਨਾਂ ਦੇ ਵਿੱਚ ਕਿ ਸੂਰਜ ਗ੍ਰਹਿਣ, ਚੰਦਰ ਗ੍ਰਹਿਣ ਦੇ ਨਾਲ ਬੜਾ ਨੁਕਸਾਨ ਹੁੰਦਾ ਹੈ, ਕੁਰੂਪੀ ਹੁੰਦੀ ਹੈ। ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਸੂਰਜ ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਰਾਹੂ ਸੂਰਜ ਨੂੰ ਖਾ ਜਾਂਦਾ ਹੈ। ਉਹਨੂੰ ਪੁੱਛੋ, ਰਾਹੂ ਨੇ ਸੂਰਜ ਨੂੰ ਖਾ ਲਿਆ, ਦੁਬਾਰਾ ਕਿੱਥੋਂ ਨਿਕਲ ਆਇਆ ਸੂਰਜ? ਉਹ ਕਹਿੰਦੇ ਨੇ ਰਾਹੂ ਦਾ ਕੱਲਾ ਸਿਰ ਹੈ, ਧੜ ਹੈ ਨਹੀਂ, ਉਹਦੇ ਗਲੇ ਚੋਂ ਫਿਰ ਬਾਹਰ ਨਿਕਲ ਆਉਂਦਾ ਉਹ। ਐਸੀ ਕਹਾਣੀਆਂ ਬੜੀਆਂ ਗਈਆਂ। ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਚ ਐਸੀ ਕਿਸੇ ਕਹਾਣੀ ਦਾ ਜ਼ਿਕਰ ਨਹੀਂ ਕੀਤਾ, ਬਲਕਿ ਕੰਡੈਮ ਕੀਤਾ ਇਹੋ ਜਿਹੀ ਚੀਜ਼ਾਂ ਨੂੰ। ਚੰਦਰਮਾ ਕੋਈ ਰੋਸ਼ਨੀ ਨਹੀਂ ਵਰਸਾਉਂਦਾ ਜਾਂ ਚੰਦਰਮਾ ਕੋਈ ਅੰਮ੍ਰਿਤ ਨਹੀਂ ਝਰਦਾ, ਉਹ ਤੇ ਇੱਕ ਮਿੱਟੀ ਦਾ ਗੋਲਾ ਹੈ ਬਸ। ਜਿਵੇਂ ਸਾਡੀ ਧਰਤੀ ਚੋਂ ਕੋਈ ਰੋਸ਼ਨੀ ਨਹੀਂ ਨਿਕਲਦੀ, ਸਾਡੀ ਜ਼ਮੀਨ ਚੋਂ ਕੋਈ ਰੋਸ਼ਨੀ ਨਹੀਂ ਨਿਕਲਦੀ, ਨਾ ਕੋਈ ਕਿਰਨਾਂ ਨਿਕਲਦੀਆਂ ਨੇ, ਨਾ ਕੋਈ ਅੰਮ੍ਰਿਤ ਨਿਕਲਦਾ ਇਹਦੇ ਵਿੱਚੋਂ, ਜਿਹੜਾ ਝਰ ਰਿਹਾ। ਚੰਦਰਮਾ ਤੇ ਅੱਜ ਸਾਇੰਟਿਸਟਾਂ ਨੇ ਸਾਨੂੰ ਦੱਸ ਦਿੱਤਾ ਕਿ ਇੱਕ ਜ਼ਮੀਨ ਹੈ ਬਸ। ਰਾਤ ਦੇ ਹਨੇਰੇ ਚ ਜਦੋਂ ਅਸੀਂ ਆਪਣੀ ਪ੍ਰਿਥਵੀ ਤੇ, ਆਪਣੀ ਧਰਤੀ ਤੇ ਖੜੇ ਹੁੰਦੇ ਆ, ਤੇ ਦੂਰ ਸੂਰਜ ਦੀ ਧੁੱਪ ਚੰਦਰਮਾ ਦੀ ਜ਼ਮੀਨ ਤੇ ਪੈ ਰਹੀ ਹੁੰਦੀ ਹੈ, ਤੇ ਜਦੋਂ ਧੁੱਪ ਚਮਕਦੀ ਹੈ ਤੇ ਸਾਨੂੰ ਲੱਗਦਾ ਵੀ ਚੰਦਰਮਾ ਚਮਕ ਰਿਹਾ ਹੈ। ਉਹ ਚੰਦਰਮਾ ਦੀ ਜ਼ਮੀਨ ਉੱਪਰ ਧੁੱਪ ਚਮਕਦੀ ਹੁੰਦੀ ਹੈ, ਜਿਹਦੇ ਕਰਕੇ ਸਾਨੂੰ ਚੰਦਰਮਾ ਨਜ਼ਰ ਆਉਂਦਾ ਹੈ। ਜੇ ਸੂਰਜ ਦੀ ਧੁੱਪ ਚੰਦਰਮਾ ਤੇ ਨਾ ਪਏ, ਅਸੀਂ ਜ਼ਿੰਦਗੀ ਚ ਕਦੀ ਚੰਦਰਮਾ ਨੂੰ ਦੇਖ ਹੀ ਨਾ ਸਕੀਏ, ਕਦੇ ਦੇਖ ਹੀ ਨਹੀਂ ਸਕਦੇ। ਇਹ ਤੇ ਸੂਰਜ ਦੀ ਧੁੱਪ ਕਰਕੇ ਦਿਸਦਾ ਹੈ, ਨਹੀਂ ਤੇ ਨਹੀਂ ਸੀ ਦਿਸਣਾ।
ਜਿਹੜਾ ਅੰਮ੍ਰਿਤ ਵਰਸਣਾ ਹੈ, ਇਹ ਜੀਵ ਤੇਰੇ ਉੱਪਰ ਭਗਤੀ ਨੇ ਅੰਮ੍ਰਿਤ ਵਰਸਾਣਾ ਹੈ। ਜਿਹੜੀ ਐਤਵਾਰ ਵਾਲੇ ਦਿਨ ਭਗਤ ਕਬੀਰ ਜੀ ਨੇ ਭਗਤੀ ਦੀ ਗੱਲ ਕੀਤੀ ਸੀ, ਉਸੇ ਨੂੰ ਸੋਮਵਾਰ ਵਾਲੇ ਦਿਨ ਕਹਿ ਦਿੱਤਾ। ਭਗਤੀ ਉਹ ਚੰਦਰਮਾ ਹੈ ਜਿਹਦੇ ਵਿੱਚੋਂ ਅੰਮ੍ਰਿਤ ਝਰਦਾ ਹੈ। ਗੁਰੂ ਜ਼ਬਾਨ ਤੋਂ ਬਾਣੀ ਬੋਲਦਾ ਹੈ, ਅੰਮ੍ਰਿਤ ਝਰਦਾ ਹੈ। ਬਾਣੀ ਉਚਰੇ ਸਾਧ ਜਨ, ਅਮਿਓ ਚੱਲੇ ਝਰਨੇ। ਇਹ ਹੈ ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ। ਗੁਰੂ ਦੀ ਰਸਨਾ ਚੋਂ ਅੰਮ੍ਰਿਤ ਝਰਦਾ ਹੈ, ਉਹਦੀ ਰਸਨਾ ਅੰਮ੍ਰਿਤ ਬੋਲਦੀ ਹੈ, ਉਹ ਅੰਮ੍ਰਿਤ ਝਰਦਾ ਹੈ, ਸਾਡੀ ਜ਼ਿੰਦਗੀ ਚੰਦ ਹੈ। ਉਹ ਗੁਰਬਾਣੀ ਦਾ ਅੰਮ੍ਰਿਤ ਸਾਨੂੰ ਸ਼ਾਂਤ ਕਰ ਦਿੰਦਾ ਹੈ, ਸ਼ੀਤਲ ਕਰ ਦਿੰਦਾ ਹੈ। ਇਸ ਕਰਕੇ ਗੁਰਬਾਣੀ ਨੇ ਗੁਰੂ ਨੂੰ ਚੰਦਰਮਾ ਨਾਲ ਵੀ ਤਸ਼ਬੀਹ ਦਿੱਤੀ। ਗੁਰਬਾਣੀ ਦੇ ਵਿੱਚ ਅਸੀਂ ਇੱਕ ਤੁਕ ਪੜ੍ਹਦੇ ਹਾਂ, ਚੰਦ ਸੂਰਜ ਦੋਏ ਦੀਪਕ ਰਾਖੇ, ਸੱਸ ਘਰ ਸੂਰ ਸਮਾਈਂਦਾ। ਸੱਸ ਕਹਿੰਦੇ ਨੇ ਚੰਦਰਮਾ ਨੂੰ, ਸੂਰ ਮੈਨੇ ਸੂਰਜ। ਸੱਸ ਘਰ, ਚੰਦਰਮਾ ਦੇ ਘਰ ਵਿੱਚ ਸੂਰ ਸਮਾਈਂਦਾ, ਸੂਰਜ ਸਮਾਇਆ ਹੋਇਆ ਹੈ। ਪਿਛਲੇ ਸਮਿਆਂ ਦੇ ਵਿੱਚ ਸਾਡੇ ਸਾਧ ਸੰਤ ਕਥਾਕਾਰ ਗੋਲਮੋਲ ਜਿਹੇ ਅਰਥ ਕਰ ਜਾਂਦੇ ਸਨ, ਕਿਉਂਕਿ ਉਦੋਂ ਕਿਸੇ ਨੂੰ ਪਤਾ ਨਹੀਂ ਸੀ ਵੀ ਚੰਦਰਮਾ ਦੇ ਵਿੱਚ ਵੀ ਏਡਾ ਵੱਡਾ ਸੂਰਜ ਸਮਾ ਸਕਦਾ ਹੈ। ਜਿਵੇਂ ਜਿਵੇਂ ਸਾਇੰਸ ਦਾ ਵਿਕਾਸ ਹੋਇਆ, ਸਾਇੰਸ ਨੇ ਸਾਨੂੰ ਦੱਸਿਆ ਕਿ ਚੰਦਰਮਾ ਦੀ ਆਪਣੀ ਰੋਸ਼ਨੀ ਨਹੀਂ ਹੈ, ਉਹ ਤੇ ਬਸ ਇੱਕ ਜ਼ਮੀਨ ਹੈ ਜਿਹਦੇ ਉੱਪਰ ਸੂਰਜ ਦੀ ਧੁੱਪ ਪੈਂਦੀ ਹੈ ਤੇ ਉਹ ਚਮਕਦਾ ਹੈ। ਤੇ ਜਿਵੇਂ ਜਿਵੇਂ ਸਾਇੰਸ ਨੇ ਸਾਨੂੰ ਖੋਜ ਕਰਕੇ ਦੱਸਿਆ, ਗੁਰਬਾਣੀ ਦੀ ਵਿਚਾਰਧਾਰਾ ਦੁਨੀਆ ਸਾਹਮਣੇ ਨਿਖਰ ਕੇ ਪੇਸ਼ ਹੋਈ। ਇਹਦਾ ਇਹ ਮਤਲਬ ਨਹੀਂ ਕਿ ਗੁਰਬਾਣੀ ਨੂੰ ਮਹਾਨ ਸਾਬਤ ਕਰਨ ਵਾਸਤੇ ਸਾਨੂੰ ਸਾਇੰਸ ਦਾ ਸਹਾਰਾ ਲੈਣਾ ਪਵੇ, ਬਲਕਿ ਗੁਰਬਾਣੀ ਤੇ ਪਹਿਲਾਂ ਤੋਂ ਹੀ ਮਹਾਨ ਹੈ। ਸਾਇੰਟਿਸਟ ਅੱਜ ਸਾਨੂੰ ਦੱਸ ਰਹੇ ਨੇ ਕਿ ਚੰਦਰਮਾ ਦੀ ਆਪਣੀ ਰੋਸ਼ਨੀ ਨਹੀਂ ਹੈ, ਸੂਰਜ ਦੀ ਰੋਸ਼ਨੀ ਚੰਦਰਮਾ ਤੇ ਪੈਂਦੀ ਹੈ ਤੇ ਉਹ ਚੰਦਰਮਾ ਦੀ ਜ਼ਮੀਨ ਚਮਕ ਉੱਠਦੀ ਹੈ ਤੇ ਸਾਨੂੰ ਚੰਦਰਮਾ ਦਿਸਦਾ ਹੈ। ਇਸ ਕਰਕੇ ਜੇ ਸੂਰਜ ਦੀ ਧੁੱਪ ਚੰਦਰਮਾ ਤੇ ਨਾ ਪਵੇ, ਸਾਨੂੰ ਚੰਦਰਮਾ ਕਦੀ ਦਿਸੇਗਾ ਹੀ ਨਹੀਂ। ਹੁਣ ਸੱਸ ਘਰ ਸੂਰ ਸਮਾਈਂਦਾ, ਚੰਦਰਮਾ ਚ ਸੂਰਜ ਸਮਾਇਆ ਹੋਇਆ ਹੈ, ਭਾਵ ਸੂਰਜ ਦੀ ਧੁੱਪ ਚੰਦਰਮਾ ਦੇ ਉੱਪਰ ਪੈਂਦੀ ਹੈ ਤੇ ਚੰਦਰਮਾ ਦਿਸਦਾ ਹੈ। ਸੂਰਜ ਨਾ ਹੋਵੇ ਤੇ ਨਹੀਂ ਦਿਸੇਗਾ। ਤੇ ਇੱਥੇ ਇਹਦੇ ਅਰਥ ਇੱਥੇ ਖਤਮ ਨਹੀਂ ਹੋ ਜਾਂਦੇ, ਇਹਦੇ ਕੁਝ ਅੰਦਰੀ ਭਾਵ ਨੇ। ਸੂਰਜ ਵੱਲ ਸਿੱਧਾ ਨਹੀਂ ਦੇਖਿਆ ਜਾ ਸਕਦਾ, ਸਿੱਧਾ ਦੇਖਣ ਦੇ ਨਾਲ ਅੱਖਾਂ ਅੰਨੀਆਂ ਹੋ ਸਕਦੀਆਂ ਨੇ, ਪਰ ਚੰਦਰਮਾ ਵੱਲ ਸਿੱਧਾ ਦੇਖਿਆ ਜਾ ਸਕਦਾ ਹੈ। ਚੰਦਰਮਾ ਨੂੰ ਦੇਖਿਆ ਸ਼ਾਂਤੀ ਮਿਲਦੀ ਹੈ। ਸੂਰਜ ਹੈ ਪ੍ਰਭੂ, ਪ੍ਰਭੂ ਸੂਰਜ ਹੈ ਜਿਹਦੇ ਤੱਕ ਅਸੀਂ ਸਿੱਧਾ ਨਹੀਂ ਪਹੁੰਚ ਸਕਦੇ। ਚੰਦਰਮਾ ਹੈ ਗੁਰੂ, ਹਾਂ ਗੁਰੂ ਰਾਹੀਂ ਰੱਬ ਤੱਕ ਪਹੁੰਚਿਆ ਜਾ ਸਕਦਾ ਹੈ। ਗੁਰੂ ਤੋਂ ਬਿਨਾਂ ਰੱਬ ਨੂੰ ਕਿਸੇ ਨੇ ਪਾਇਆ ਨਹੀਂ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਗੁਰੂ ਉਹ ਚੰਦਰਮਾ ਹੈ ਜਿਹਦੇ ਵਿੱਚ ਰੱਬ ਸੂਰਜ ਸਮਾਇਆ ਹੋਇਆ ਹੈ। ਗੁਰੂ ਦੇ ਰਾਹੀਂ ਅਸੀਂ ਰੱਬ ਦੇ ਦਰਸ਼ਨ ਕਰ ਲੈਂਦੇ ਹਾਂ। ਸਤਿਗੁਰੂ ਵਿੱਚ ਆਪ ਰਖਿਓਨ ਕਰ ਪ੍ਰਗਟਾਕ ਸੁਣਾਇਆ। ਉਹ ਪ੍ਰਭੂ ਜਿਹੜਾ ਹੈ ਗੁਰੂ ਵਿੱਚ ਆਪਣੇ ਆਪ ਨੂੰ ਉਹਨੇ ਟਿਕਾ ਦਿੱਤਾ। ਪ੍ਰਭੂ ਗੁਰੂ ਵਿੱਚ ਹੀ ਹੈ, ਗੁਰੂ ਵਿੱਚ ਸਮਾ ਗਿਆ। ਅਸੀਂ ਗੁਰੂ ਵਿੱਚੋਂ ਰੱਬ ਦੇਖ ਲੈਂਦੇ ਹਾਂ। ਜਿਸ ਬਾਣੀ ਨੂੰ ਅਸੀਂ ਗੁਰੂ ਕਹਿੰਦੇ ਹਾਂ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਉਸੇ ਬਾਣੀ ਚ ਸਾਨੂੰ ਇੱਕ ਦਿਨ ਰੱਬ ਨਜ਼ਰ ਆ ਜਾਂਦਾ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਇਸ ਜਬੜਾ ਵਰਨਾ ਕੋਈ। ਸੱਸ ਘਰ ਸੂਰ ਸਮਾਈਂਦਾ, ਗੁਰੂ ਚੰਦਰਮਾ ਵਿੱਚ ਰੱਬ ਸੂਰਜ ਸਮਾਇਆ ਹੈ। ਜਿਵੇਂ ਜਿਵੇਂ ਗੁਰੂ ਦੇ ਨੇੜੇ ਜਾਂਦੇ ਹਾਂ, ਸਾਨੂੰ ਸ਼ਾਂਤੀ ਮਿਲਦੀ ਹੈ, ਠੰਡਕ ਮਿਲਦੀ ਹੈ। ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਜਿਵੇਂ ਜਿਵੇਂ ਗੁਰੂ ਵੱਲ ਜਾਈਦਾ, ਅੰਦਰ ਠੰਡ ਪੈਂਦੀ ਹੈ। ਗੁਰੂ ਦੇ ਦਰਸ਼ਨ ਕੀਤਿਆਂ ਸ਼ਾਂਤੀ ਮਿਲਦੀ ਹੈ, ਸ਼ੀਤਲਤਾ ਮਿਲਦੀ ਹੈ। ਗੁਰੂ ਉਹ ਸੱਸ ਚੰਦਰਮਾ ਹੈ ਜਿਹੜਾ ਭਗਤੀ ਦਾ ਅੰਮ੍ਰਿਤ ਵਰਸਾਂਦਾ ਹੈ। ਅਜੀਬ ਤੂੰ ਭਗਤੀ ਦੇ ਅੰਮ੍ਰਿਤ ਨਾਲ ਸਾਂਝ ਪਾ ਲੈ। ਸੋਮਵਾਰ ਸੱਸ ਅੰਮ੍ਰਿਤ ਝਰੇ, ਜਿਸ ਦਿਨ ਭਗਤੀ ਰੂਪੀ ਚੰਦਰਮਾ ਵਿੱਚੋਂ ਅੰਮ੍ਰਿਤ ਝਰੇਗਾ, ਸਮਝ ਲਈ ਮੇਰੀ ਜ਼ਿੰਦਗੀ 'ਚ ਸੋਮਵਾਰ ਆ ਗਿਆ। ਤੇ ਜੇ ਜ਼ਿੰਦਗੀ ਵਿੱਚੋਂ ਪ੍ਰਭੂ ਦੀ ਭਗਤੀ ਦਾ ਅੰਮ੍ਰਿਤ ਨਹੀਂ ਝਰ ਰਿਹਾ, ਉਸ ਮਨੁੱਖ ਦੀ ਜ਼ਿੰਦਗੀ 'ਚ ਕਦੀ ਸੋਮਵਾਰ ਨਹੀਂ ਆਉਂਦਾ। ਵਿਰਲੇ ਨੇ ਜਿਨ੍ਹਾਂ ਦੀ ਜ਼ਿੰਦਗੀ 'ਚ ਸੋਮਵਾਰ ਆ ਜਾਂਦਾ ਹੈ। ਵਿਰਲੇ ਨੇ ਜਿਨ੍ਹਾਂ ਦੀ ਜ਼ਿੰਦਗੀ 'ਚ ਭਗਤੀ ਚੰਦਰਮਾ ਬਣ ਕੇ ਅੰਮ੍ਰਿਤ ਨੂੰ ਝਾਰਦੀ ਹੈ, ਅੰਮ੍ਰਿਤ ਦੀ ਵਰਖਾ ਕਰਦੀ ਹੈ। ਉਸ ਭਗਤੀ ਦੀ ਅੰਮ੍ਰਿਤ ਵਰਖਾ ਨਾਲ ਕੀ ਹੁੰਦਾ ਹੈ? ਉਹਦੇ ਨਾਲ ਕੀ ਮਿਲਦਾ ਹੈ? ਕਿੰਨੀ ਕੁ ਸ਼ਾਂਤੀ ਮਿਲਦੀ ਹੈ? ਚਾਖਤ ਬੇਗ ਸਗਲ ਬਿਖ ਹਰੈ। ਚਾਖਤ ਬੇਗ, ਚਾਖਤ ਮੈਨੇ ਚੱਖਣ ਨਾਲ,
ਜਦੋਂ ਉਸ ਭਗਤੀ ਦਾ ਸਵਾਦ ਚਖਿਆ, ਹੁਣ ਇੱਥੇ ਗੱਲ ਚੰਦਰਮਾ ਦੀ ਨਹੀਂ ਹੋ ਰਹੀ, ਚੰਦਰਮਾ ਦਾ ਸਵਾਦ ਚਖਿਆ ਹੀ ਨਹੀਂ ਜਾ ਸਕਦਾ। ਚੰਦਰਮਾ ਤੱਕ ਕਿਵੇਂ ਪਹੁੰਚਾਂਗੇ? ਫਿਰ ਟੁਕੜਾ ਤੋੜ ਕੇ ਲੈ ਕੇ ਆਵਾਂਗੇ, ਫਿਰ ਉਹ ਮੂੰਹ ਚ ਪਾਵਾਂਗੇ, ਉਹ ਨਹੀਂ ਹੋ ਸਕਦਾ। ਹਾਂ, ਭਗਤੀ ਦਾ ਸਵਾਦ ਚਖਿਆ ਜਾ ਸਕਦਾ ਹੈ, ਬਾਣੀ ਦਾ ਸਵਾਦ ਚਖਿਆ ਜਾ ਸਕਦਾ ਹੈ। ਤੇ ਜਿਨ੍ਹਾਂ ਨੇ ਗੁਰਬਾਣੀ ਦਾ ਸਵਾਦ ਚਖਿਆ, ਉਹਨਾਂ ਕਹਿ ਦਿੱਤਾ, ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤੀ ਮੋਖ ਦਵਾਰ। ਬਾਣੀ ਬੜੀ ਮਿੱਠੀ ਹੈ, ਉਹਨਾਂ ਨੇ ਕਹਿ ਦਿੱਤਾ। ਗੁਰੂ ਦੇ ਬੋਲ ਬੜੇ ਮਿੱਠੇ ਨੇ, ਨਾਮ ਬਹੁਤ ਮਿੱਠਾ ਹੈ, ਰੱਬ ਬਹੁਤ ਮਿੱਠਾ ਹੈ। ਹਰ ਬਿਨ ਕਛੂ ਨਾ ਲਾ ਗਈ, ਭਗਤਨ ਕੋ ਮਿੱਠਾ, ਆਨ ਸਵਾਦ ਸਭ ਫੀਕਿਆ, ਕਰ ਨਿਰਨੋ ਡੀਠਾ। ਬਹੁਤ ਮਿੱਠਾ ਹੈ। ਔਰ ਇਸੇ ਕਰਕੇ ਥਾਂ ਥਾਂ ਤੇ ਨਾਮ ਨੂੰ ਮਿੱਠਾ ਕਹਿ ਦਿੱਤਾ, ਬਾਣੀ ਨੂੰ ਮਿੱਠਾ ਕਹਿ ਦਿੱਤਾ। ਜਦੋਂ ਇਸ ਬਾਣੀ ਦੇ ਸਵਾਦ ਨੂੰ ਚਖ ਲਿਆ, ਇਸ ਭਗਤੀ ਦੇ ਸਵਾਦ ਨੂੰ ਚਖ ਲਿਆ, ਬੇਗ, ਬੇਗ ਮੈਨੇ ਤੁਰੰਤ, ਅਜੇ ਚਖਿਆ ਸਵਾਦ ਬਾਣੀ ਦਾ, ਅਜੇ ਭਗਤੀ ਦਾ ਸਵਾਦ ਚਖਿਆ, ਤੁਰੰਤ ਸਗਲ ਬਿਖ ਹਰੈ, ਸਾਰੀ ਜ਼ਹਿਰ ਨਾਸ਼ ਹੋ ਗਈ। ਇਹ ਭਗਤੀ ਦਾ ਸਵਾਦ ਸਾਰੀ ਜ਼ਹਿਰ ਦੂਰ ਕਰ ਦਿੰਦਾ ਹੈ। ਇਹ ਐਸੀ ਮਿਠਾਸ ਹੈ ਜਿਹੜੀ ਕੁੜੱਤਣ ਨੂੰ ਦੂਰ ਕਰ ਦਿੰਦੀ ਹੈ। ਬਿਖ ਕੀ ਹੈ? ਜ਼ਹਿਰ ਹੈ। ਜ਼ਹਿਰ ਕੀ ਹੈ? ਕੌੜੀ ਚੀਜ਼ ਹੈ। ਹੁਣ ਜਿਹਦੀ ਜ਼ੁਬਾਨ ਤੇ ਮਿੱਠੀ ਬਾਣੀ ਹੋਏਗੀ, ਉਹ ਕੌੜਾ ਥੋੜੇ ਬੋਲੇਗਾ, ਉਹ ਤੇ ਮਿੱਠਾ ਹੀ ਬੋਲੇਗਾ ਨਾ। ਹੁਣ ਮੈਂ ਗੁਰਬਾਣੀ ਪੜ੍ਹ ਰਿਹਾ, ਚਾਖਤ ਬੇਗ ਸਕਲ ਬਿਖ ਹਰੈ, ਹੁਣ ਕੌੜਾ ਤੇ ਨਹੀਂ ਬੋਲ ਰਿਹਾ ਨਾ। ਜਦੋਂ ਬਾਣੀ ਹੈ ਉਦੋਂ ਕੁੜੱਤਣ ਨਹੀਂ ਹੈ, ਉਦੋਂ ਕੁੜੱਤਣ ਚਲੀ ਗਈ। ਹਾਂ, ਜਦੋਂ ਮੈਂ ਬਾਣੀ ਨੂੰ ਛੱਡ ਕੇ ਕਿਸੇ ਨੂੰ ਬੁਰਾ ਕਵਾਂਗਾ, ਕਿਸੇ ਨੂੰ ਗਾਲ ਕੱਢਾਂਗਾ, ਉਦੋਂ ਕੁੜੱਤਣ ਮੇਰੀ ਜ਼ੁਬਾਨ ਤੇ ਆ ਜਾਏਗੀ। ਪ੍ਰਭੂ ਦੀ ਬਾਣੀ ਜਿਹੜੀ ਹੈ ਮਿੱਠੀ ਹੈ, ਅੰਮ੍ਰਿਤ ਵਰਗੀ ਹੈ। ਇਸ ਕਰਕੇ ਇਹ ਮਿੱਠੀ ਬਾਣੀ ਮੇਰੀ ਜ਼ੁਬਾਨ ਨੂੰ ਮਿੱਠਾ ਕਰ ਦਿੰਦੀ ਹੈ, ਮੇਰੇ ਜੀਵਨ ਨੂੰ ਮਿੱਠਾ ਕਰ ਦਿੰਦੀ ਹੈ, ਮੇਰੇ ਜੀਵਨ ਚ ਮਿਠਾਸ ਭਰ ਦਿੰਦੀ ਹੈ। ਚਾਖਤ ਬੇਗ ਸਗਲ ਬਿਖ ਹਰੈ, ਜਦੋਂ ਇਸ ਬਾਣੀ ਨੂੰ, ਇਸ ਭਗਤੀ ਨੂੰ ਚਖਿਆ, ਜਦੋਂ ਆਪਣੀ ਜ਼ੁਬਾਨ ਦੇ ਉੱਪਰ ਪ੍ਰਭੂ ਦੀ ਭਗਤੀ ਲੈ ਕੇ ਆਂਦੀ, ਸਗਲ ਬਿਖ ਹਰੈ, ਸਾਰੀ ਜ਼ਹਿਰ ਖਤਮ ਹੋ ਗਈ, ਕੁੜੱਤਣ ਖਤਮ ਹੋ ਗਈ। ਇਹ ਕੁੜੱਤਣ ਕਿਹੜੀ ਹੈ? ਜਦੋਂ ਅਸੀਂ ਜ਼ੁਬਾਨ ਤੋਂ ਕੌੜਾ ਬੋਲਦੇ ਹਾਂ, ਕੁੜੱਤਣ ਨਹੀਂ ਹੈ। ਕ੍ਰੋਧ ਕਰਦੇ ਹਾਂ, ਕ੍ਰੋਧ ਵਿੱਚ ਕਿਸੇ ਨੂੰ ਮੰਦਾ ਚੰਗਾ ਆਖਦੇ ਹਾਂ, ਕੁੜੱਤਣ ਹੈ। ਕਿਸੇ ਦੀ ਨਿੰਦਿਆ ਕਰਦੇ ਹਾਂ, ਕੁੜੱਤਣ ਹੈ। ਕਿਸੇ ਨਾਲ ਈਰਖਾ ਕਰਕੇ ਗਲਤ ਸ਼ਬਦ ਬੋਲਦੇ ਹਾਂ, ਕੁੜੱਤਣ ਹੈ। ਸ਼ਬਦਾਂ ਦੇ ਵੀ ਟੇਸਟ ਹੁੰਦੇ ਨੇ। ਇਸ ਕਰਕੇ ਕੋਈ ਵੀ ਸ਼ਬਦ ਬੋਲਣ ਤੋਂ ਪਹਿਲਾਂ ਇੱਕ ਵਾਰ ਚੱਖ ਕੇ ਦੇਖ ਲਿਓ, ਟੇਸਟ ਕਰਕੇ ਦੇਖ ਲਿਓ। ਜੇ ਤੇ ਉਹ ਸ਼ਬਦ ਬੋਲਦਿਆਂ ਮੈਨੂੰ ਕੌੜਾ ਲੱਗਦਾ ਹੈ, ਤੇ ਜਿਹਦੇ ਅੱਗੇ ਮੈਂ ਪਰੋਸਣ ਲੱਗਿਆ ਵਾਂ ਉਹਨੂੰ ਵੀ ਕੌੜਾ ਲੱਗੇਗਾ। ਜਿਹੜਾ ਸ਼ਬਦ ਬੋਲਦਿਆਂ ਮੈਨੂੰ ਕੁੜੱਤਣ ਮਹਿਸੂਸ ਹੁੰਦੀ ਹੈ, ਮੇਰੀ ਜ਼ੁਬਾਨ ਨੂੰ ਬੋਲਦਿਆਂ ਕੌੜਾ ਲੱਗਦਾ ਹੈ, ਤੇ ਜਿਹਦੇ ਅੱਗੇ ਮੈਂ ਪਰੋਸ ਰਿਹਾ ਵਾਂ ਸ਼ਬਦ, ਉਹਨੂੰ ਵੀ ਕੌੜਾ ਲੱਗੇਗਾ। ਇਸ ਕਰਕੇ ਸ਼ਬਦਾਂ ਦੇ ਆਪਣੇ ਟੇਸਟ ਹੁੰਦੇ ਨੇ। ਕਿਸੇ ਅੱਗੇ ਪਰੋਸਣ ਤੋਂ ਪਹਿਲਾਂ ਥੋੜਾ ਚੱਖ ਕੇ ਦੇਖ ਲੈਣਾ ਚਾਹੀਦਾ ਹੈ। ਜੇ ਮੈਨੂੰ ਕੌੜਾ ਲੱਗ ਰਿਹਾ, ਦੂਜੇ ਨੂੰ ਵੀ ਕੌੜਾ ਲੱਗੇਗਾ। ਜਿਹੜਾ ਸ਼ਬਦ ਬੋਲਦਿਆਂ ਮੈਨੂੰ ਬੜਾ ਮਿੱਠਾ ਲੱਗਦਾ ਹੈ, ਉਹ ਦੂਜੇ ਨੂੰ ਵੀ ਖੂਬ ਮਿੱਠਾ ਲੱਗੇਗਾ। ਮੈਂ ਉਹਦੇ ਅੱਗੇ ਪਰੋਸਦੇ ਹਾਂ, ਮੈਂ ਉਹਦੇ ਅੱਗੇ ਭੇਟਾ ਕਰਦੇ ਹਾਂ। ਸ਼ਬਦ ਜ਼ਹਿਰ ਵੀ ਹੋ ਸਕਦੇ ਨੇ, ਅੰਮ੍ਰਿਤ ਵੀ ਹੋ ਸਕਦੇ ਨੇ। ਕ੍ਰੋਧ ਵਾਲੇ ਬੋਲ ਜ਼ਹਿਰ ਵਰਗੇ ਕੋੜੇ ਹੁੰਦੇ ਨੇ, ਨਿੰਦਿਆ ਦੇ ਬੋਲ ਬਿਖ ਹੁੰਦੇ ਨੇ, ਬੁਰੀਆਂ, ਜਿਹੜੇ ਬੁਰੇ ਬੋਲ ਨੇ, ਬੁਰੀਆਂ ਗਾਲਾਂ ਨੇ, ਉਹ ਕੁੜੱਤਣ ਹੈ, ਉਹ ਜ਼ਹਿਰ ਹੈ। ਜਦੋਂ ਮੈਂ ਉਹ ਚਖਦਾ ਵਾਂ, ਮੈਨੂੰ ਵੀ ਜ਼ਹਿਰ ਨਾਲ ਭਰ ਦਿੰਦੇ ਨੇ, ਤੇ ਜਿੱਦ ਤੱਕ ਮੈਂ ਪਹੁੰਚਾਉਂਦਾ ਵਾਂ ਉਹਨੂੰ ਵੀ ਜ਼ਹਿਰ ਨਾਲ ਭਰ ਦਿੰਦੇ ਨੇ। ਕ੍ਰੋਧ ਦੀ ਜ਼ਹਿਰ ਹੈ, ਨਿੰਦਿਆ ਦੀ ਜ਼ਹਿਰ ਹੈ, ਕਿਸੇ ਨੂੰ ਬੁਰਾ ਕਹਿਣ ਦੀ ਜ਼ਹਿਰ ਹੈ। ਇਹ ਕੁੜੱਤਣ ਸਾਡੇ ਅੰਦਰ ਪੈਦਾ ਹੋ ਜਾਂਦੀ ਹੈ, ਕਿਉਂਕਿ ਲਫ਼ਜ਼ਾਂ ਦਾ ਟੇਸਟ ਹੈ। ਜਦੋਂ ਕੋਈ ਕਿਸੇ ਤੋਂ ਮੈਂ ਕੰਮ ਕਰਾਉਣਾ ਹੋਵੇ, ਜੇ ਮੈਂ ਕੌੜਾ ਬੋਲ ਕੇ ਉਹਦੇ ਤੋਂ ਕੰਮ ਕਰਾਉਣਾ ਚਾਹਾਂ, ਤੇ ਕੰਮ ਹੋ ਜਾਏਗਾ? ਕੀ ਹੋਏਗਾ? ਕੌੜਾ ਬੋਲਣ ਨਾਲ ਕੰਮ ਹੋ ਜਾਏਗਾ, ਜਾਂ ਮੁਸ਼ਕਲ ਨਾਲ ਹੋਏਗਾ, ਜਾਂ ਨਹੀਂ ਹੋਏਗਾ? ਸੁਭਾਵਕ ਨਹੀਂ ਹੋਏਗਾ। ਪਰ ਜੇ ਮੈਂ ਕੌੜਾ ਬੋਲਣ ਤੋਂ ਬਿਨਾਂ ਮਿੱਠਾ ਬੋਲਾਂ, ਮਿੱਠਾ ਬੋਲਣ ਨਾਲ ਕੰਮ ਨਹੀਂ ਹੋਏਗਾ, ਜਾਂ ਕੰਮ ਹੋ ਜਾਏਗਾ, ਜਾਂ ਕੰਮ ਮੁਸ਼ਕਲ ਨਾਲ ਹੋਏਗਾ, ਜਾਂ ਵਧੀਆ ਹੋਏਗਾ? ਸੁਭਾਵਕ ਵਧੀਆ ਹੋਏਗਾ। ਜੇ ਕੌੜਾ ਬੋਲਣ ਦੇ ਨਾਲ ਕੰਮ ਵਧੀਆ ਨਹੀਂ ਹੁੰਦਾ, ਕਿਸੇ ਨੂੰ ਮਿੱਠਾ ਬੋਲਣ ਨਾਲ ਮੇਰਾ ਕੰਮ ਵਧੀਆ ਹੋ ਜਾਂਦਾ ਹੈ, ਤੇ ਕਹਿਣਾ ਮਿੱਠਾ ਹੀ ਬੋਲ ਲਵਾਂ। ਕਿਸੇ ਪਿੰਡ ਦੇ ਵਿੱਚ ਇੱਕ ਆਦਮੀ ਬਹੁਤ ਕੌੜਾ ਬੋਲਦਾ ਸੀ, ਹਰ ਇੱਕ ਨੂੰ ਉਹਨੇ ਕੌੜਾ ਬੋਲਣਾ, ਜਦੋਂ ਗੱਲ ਕਰਨੀ ਕੌੜਾ ਹੀ ਬੋਲਣਾ। ਔਰ ਉਸ ਪਿੰਡ ਦੇ ਵਿੱਚ ਕੋਈ ਫਕੀਰ ਸੀ, ਉਹਨੂੰ ਪਤਾ ਚੱਲਿਆ ਵੀ ਫਲਾਣਾ ਆਦਮੀ ਕੌੜਾ ਬੜਾ ਬੋਲਦਾ ਹੈ,
ਸਭ ਨੂੰ ਕੌੜਾ ਬੋਲਦੇ। ਇੱਕ ਦਿਨ ਉਹਨੇ ਉਸ ਕੌੜਾ ਬੋਲਣ ਵਾਲੇ ਆਦਮੀ ਨੂੰ ਸੱਦਾ ਦਿੱਤਾ, ਇਨਵਾਈਟ ਕੀਤਾ ਆਪਣੇ ਘਰੇ ਕਿ ਕਦੀ ਮਿਲ ਕੇ ਜਾ। ਉਹ ਆਦਮੀ ਬੜਾ ਖੁਸ਼ ਹੋਇਆ ਕਿ ਪਿੰਡ ਦੇ ਫਕੀਰ ਨੇ ਮੈਨੂੰ ਬੁਲਾਇਆ। ਉਹ ਆਦਮੀ ਇਸ ਫਕੀਰ ਨੂੰ ਮਿਲਣ ਵਾਸਤੇ ਚਲਾ ਗਿਆ। ਫਕੀਰ ਨੂੰ ਉਹਨੇ ਨਮਸਕਾਰ ਕੀਤੀ, ਝੌਂਪੜੀ 'ਚ ਬਹਿ ਗਿਆ। ਫਕੀਰ ਦੁੱਧ ਲੈ ਕੇ ਆਇਆ। ਫਕੀਰ ਨੇ ਉਸ ਆਦਮੀ ਦੇ ਅੱਗੇ ਦੁੱਧ ਦਾ ਗਲਾਸ ਰੱਖਿਆ, ਕਹਿੰਦਾ ਕਿ ਦੁੱਧ ਛਕੋ। ਉਹਨੇ ਦੁੱਧ ਪੀਣ ਵਾਸਤੇ ਗਲਾਸ ਚੁੱਕਿਆ, ਮੂੰਹ ਨੂੰ ਦੁੱਧ ਲਾਇਆ, ਅਜੇ ਇੱਕ ਘੋਟੀ ਭਰਿਆ ਸੀ, ਇੱਕੋਦਮ ਬਾਹਰ ਸੁੱਟ ਦਿੱਤਾ। ਇੰਨਾ ਕੌੜਾ! ਫਕੀਰ ਕੌੜਾ ਦੁੱਧ ਪਿਲਾਉਣ ਲੱਗਿਆ। ਕੀ ਹੈ ਦੁੱਧ ਦੇ ਵਿੱਚ? ਬੜਾ ਕੌੜਾ ਦੁੱਧ। ਫਕੀਰ ਕਹਿਣ ਲੱਗਾ, ਤੈਨੂੰ ਕਿੱਦਾਂ ਪਤਾ ਕੌੜਾ ਇਹ? ਕਹਿਣ ਲੱਗਾ, ਮੈਂ ਪੀਤਾ, ਮੇਰੀ ਜੀਭ ਕੁੜੱਤਣ ਨਾਲ ਭਰ ਗਈ, ਪਤਾ ਲੱਗ ਗਿਆ ਕੌੜਾ ਇਹ। ਕਹਿਣ ਲੱਗੇ, ਅੱਛਾ ਪਤਾ ਲੱਗ ਜਾਂਦਾ ਤੈਨੂੰ? ਮੈਂ ਤੇ ਸੋਚਿਆ ਤੈਨੂੰ ਪਤਾ ਲੱਗਣਾ ਨਹੀਂ, ਜੋ ਦੇ ਦਿਆਂਗਾ ਤੂੰ ਪੀ ਲੇਗਾ। ਮਿੱਠਾ ਦੁੱਧ ਦੇ ਦਿਆਂਗਾ ਉਹ ਵੀ ਪੀ ਲੇਗਾ, ਕੌੜਾ ਪੀ ਦਿਆਂਗਾ ਉਹ ਵੀ ਪੀ ਲੇਗਾ, ਤੈਨੂੰ ਕਿਹੜਾ ਪਤਾ ਲੱਗਣਾ? ਕਹਿ ਲਾਂਗੇ, ਕਿਉਂ ਨਹੀਂ ਪਤਾ ਲੱਗਦਾ? ਜੇ ਮੈਂ ਮਿੱਠਾ ਦੁੱਧ ਪੀਣਾ, ਮੇਰੀ ਜੀਭ ਨੂੰ ਪਤਾ ਲੱਗ ਜਾਂਦਾ ਹੈ ਦੁੱਧ ਮਿੱਠਾ ਵੇ, ਤੇ ਜੇ ਕੌੜਾ ਦੁੱਧ ਅੱਜ ਮੈਂ ਪੀ ਰਿਹਾ ਤੇ ਮੇਰੀ ਜੀਭ ਨੂੰ ਪਤਾ ਲੱਗ ਗਿਆ ਕੌੜਾ ਹੈ। ਕਹਿੰਦੇ ਅੱਛਾ ਪਤਾ ਲੱਗ ਜਾਂਦਾ ਤੈਨੂੰ? ਕਹਿੰਦਾ ਬਿਲਕੁਲ, ਜੀਭ ਨੇ ਦੱਸ ਦਿੱਤਾ ਕੌੜਾ ਹੈ। ਉਹ ਫਕੀਰ ਕਹਿਣ ਲੱਗਾ, ਜਦੋਂ ਦੁੱਧ ਕੌੜਾ ਤੂੰ ਪੀਤਾ, ਤੇਰੀ ਜੀਭ ਨੇ ਦੱਸ ਦਿੱਤਾ ਵੀ ਕੌੜਾ ਹੈ, ਜਿਹੜੇ ਬੋਲ ਤੂੰ ਬੋਲਦਾ ਹੈ ਉਹ ਨਹੀਂ ਦੱਸਦੇ ਵੀ ਮੈਂ ਕੌੜੇ ਬੋਲਣ ਲੱਗਿਆ, ਉਦੋਂ ਜੀਭ ਕੌੜੀ ਨਹੀਂ ਹੁੰਦੀ। ਕੌੜਾ ਦੁੱਧ ਇੱਕ ਘੁੱਟ ਭਰਿਆ, ਜੀਭ ਕੌੜੀ ਹੋ ਗਈ, ਤੇ ਜਦੋਂ ਕੌੜੇ ਬੋਲਦੇ ਉਦੋਂ ਜੀਭ ਕੌੜੀ ਨਹੀਂ ਹੁੰਦੀ। ਉਹ ਕਿਵੇਂ ਕੌੜੇ ਲਫ਼ਜ਼ ਪੀ ਜਾਂਦਾ ਹੈ? ਯਾਦ ਰੱਖ, ਜੇ ਕੌੜੇ ਬੋਲਦੇ ਆ ਜੀਭ ਕੌੜੀ ਹੁੰਦੀ ਹੈ, ਤੂੰ ਆਪਣੀ ਜੀਭ ਨੂੰ ਮਿੱਠਾ ਰੱਖਣਾ ਚਾਹੁੰਦਾ ਹੈ ਤੇ ਕੌੜੇ ਬੋਲਨੇ ਛੱਡ ਦੇ। ਮਿੱਠੇ ਬੋਲ ਕੇ ਦੇਖ, ਉਹ ਸ਼ਬਦ ਵੀ ਤੈਨੂੰ ਬੜੇ ਮਿਠਾਸ ਦੇਣਗੇ, ਤੇਰੀ ਜੀਭ ਮਿੱਠੀ ਹੋ ਜਾਏਗੀ। ਉਸ ਆਦਮੀ ਨੇ ਮਾਫੀ ਮੰਗੀ। ਫਕੀਰ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ। ਸੱਚਮੁੱਚ ਜੇ ਕੌੜੇ ਦੁੱਧ ਨਾਲ ਮੇਰੀ ਜੀਭ ਕੌੜੀ ਹੋ ਗਈ ਤੇ ਕੌੜੇ ਸ਼ਬਦ ਵੀ ਮੇਰੀ ਜੀਭ ਨੂੰ ਕੌੜਾ ਕਰ ਦਿੰਦੇ। ਫਕੀਰ ਆਖਦੇ, ਅੱਜ ਤੋਂ ਬਾਅਦ ਜਦੋਂ ਵੀ ਬੋਲਣ ਲੱਗੇ, ਉਹਨਾਂ ਸ਼ਬਦਾਂ ਨੂੰ ਥੋੜਾ ਜਿਹਾ ਟੇਸਟ ਕਰ ਲਈ, ਚੱਖ ਲਈ। ਜੇ ਕੌੜੇ ਲੱਗਣ ਤੇ ਨਾ ਬੋਲੀ। ਉਹ ਤੇਰੀ ਜੀਭ ਨੂੰ ਤੇ ਕੌੜਾ ਕਰਦੇ ਹੀ ਨੇ, ਜਿਹਦੇ ਅੱਗੇ ਤੂੰ ਪਰੋਸ ਦਿੰਦਾ ਉਹਨਾਂ ਨੂੰ ਵੀ ਕੌੜੇ ਲੱਗਦੇ ਨੇ। ਉਹ ਸ਼ਬਦ ਬੋਲੀ ਜਿਹੜੇ ਤੇਰੀ ਜ਼ੁਬਾਨ ਨੂੰ ਮਿਠਾਸ ਦਿੰਦੇ ਹੋਣ। ਮਿੱਠੇ ਬੋਲ ਦੂਜੇ ਨੂੰ ਵੀ ਮਿਠਾਸ ਦੇ ਦਿੰਦੇ ਨੇ। ਗੁਰੂ ਦੀ ਬਾਣੀ ਉਹ ਮਿੱਠੀ ਹੈ, ਪ੍ਰਭੂ ਦੀ ਭਗਤੀ ਉਹ ਮਿੱਠੀ ਹੈ, ਜਿਨੇ ਜ਼ਹਿਰ ਮੁਕਾ ਦਿੱਤੀ, ਕੁੜੱਤਣ ਖਤਮ ਕਰ ਦਿੱਤੀ ਜ਼ਿੰਦਗੀ ਦੇ ਵਿੱਚੋਂ, ਮਿਠਾਸ ਲੈ ਆਂਦੀ। ਇਹੀ ਬਚਨ ਕਦੀ ਭਗਤ ਫਰੀਦ ਜੀ ਨੇ ਵੀ ਆਪਣੀ ਬਾਣੀ ਚ ਕਿਹਾ ਸੀ ਕਿ ਲੋਕ ਆਖਦੇ ਨੇ ਖੰਡ ਬੜੀ ਮਿੱਠੀ ਹੈ, ਸ਼ੱਕਰ ਮਿੱਠੀ। ਕਹਿਣ ਲੱਗੇ ਕੋਈ ਸ਼ੱਕ ਨਹੀਂ, ਮਿੱਠੀਆਂ ਨਹੀਂ ਚੀਜ਼ਾਂ ਇਹ। ਫਰੀਦਾ, ਸ਼ੱਕਰ, ਖੰਡ, ਨਿਵਾਤ, ਗੁੜ, ਮੱਖਿਓਂ, ਮਾਂਝਾ, ਦੁੱਧ, ਇਹ ਸਾਰੀਆਂ ਚੀਜ਼ਾਂ ਬਹੁਤ ਮਿੱਠੀਆਂ ਨੇ। ਸ਼ੱਕਰ ਵੀ ਮਿੱਠੀ ਹੈ, ਖੰਡ ਵੀ ਮਿੱਠੀ ਹੈ, ਨਿਵਾਤ ਮੈਨੇ ਮਿਸ਼ਰੀ ਮਿੱਠੀ ਹੈ, ਗੁੜ, ਮਾਖਿਓਂ ਮੈਨੇ ਸ਼ਹਿਦ, ਮਾਂਝਾ ਦੁੱਧ, ਤਾਜ਼ਾ ਚੋਇਆ ਹੋਇਆ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਪਰ ਰੱਬ ਵਰਗੀ ਮਿਠਾਸ ਕਿਤੇ ਵੀ ਨਹੀਂ ਹੈ। ਰੱਬ ਬੜਾ ਮਿੱਠਾ ਹੈ, ਉਹਦੇ ਵਰਗੀ ਮਿਠਾਸ ਕਿਤੇ ਨਹੀਂ। ਇਸ ਕਰਕੇ ਜਦੋਂ ਕੋਈ ਪ੍ਰਭੂ ਦੀ ਭਗਤੀ ਨਾਲ ਸਾਂਝ ਪਾ ਲੈਂਦਾ ਹੈ, ਉਹਦੀ ਜ਼ਿੰਦਗੀ 'ਚ ਮਿਠਾਸ ਆ ਜਾਂਦੀ ਹੈ, ਜ਼ਹਿਰ ਮੁੱਕ ਜਾਂਦੀ ਹੈ। ਚਾਖਤ ਬੇਗ, ਚਖਦਿਆਂ ਸਾਰੀ ਭਗਤੀ ਨੂੰ, ਬੇਗ ਤੁਰੰਤ ਉਸੇ ਪਲ ਹੀ ਸਗਲ ਬਿਖ ਹਰੈ, ਸਾਰੀ ਜ਼ਹਿਰ ਨਾਸ਼ ਹੋ ਜਾਂਦੀ ਹੈ। ਉਸ ਮਨੁੱਖ ਦੀ ਜ਼ਿੰਦਗੀ 'ਚ ਮਿਠਾਸ ਆ ਜਾਂਦੀ ਹੈ, ਸ਼ਾਂਤੀ ਆ ਜਾਂਦੀ ਹੈ। ਇਹਦਾ ਮਤਲਬ ਇਹ ਮਿਠਾਸ, ਇਹ ਸ਼ਾਂਤੀ ਚੰਦਰਮਾ ਕਰਕੇ ਨਹੀਂ ਆਈ, ਪ੍ਰਭੂ ਦੀ ਭਗਤੀ ਕਰਕੇ ਆਈ ਹੈ, ਰੱਬੀ ਗੁਣਾ ਕਰਕੇ ਆਈ ਹੈ। ਜਿਹਨੇ ਮਿੱਠਾ ਬੋਲਿਆ ਉਹਦੀ ਜ਼ਿੰਦਗੀ 'ਚ ਇਹ ਮਿਠਾਸ ਆਈ। ਜਿਹਨੇ ਨਿਮਰਤਾ ਧਾਰਨ ਕੀਤੀ ਉਹਦੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਤੇ ਮਿਠਾਸ ਆਈ, ਉਹਦੀ ਜ਼ਿੰਦਗੀ ਸ਼ੀਤਲ ਤੇ ਸ਼ਾਂਤ ਹੋ ਗਈ। ਚਾਖਤ ਬੇਗ ਸਗਲ ਬਿਖ ਹਰੈ, ਉਹ ਸਾਰੇ ਜ਼ਹਿਰ, ਜਿਹੜਾ ਸਾਰਾ ਜ਼ਹਿਰ ਖਤਮ ਹੋ ਗਿਆ, ਸਾਰੀ ਬਿਖ ਨਾਸ਼ ਹੋ ਗਈ, ਮਿਠਾਸ ਭਰ ਗਈ ਜ਼ਿੰਦਗੀ ਦੇ ਵਿੱਚ। ਇਸ ਕਰਕੇ ਬੋਲਣ ਲੱਗਿਆ 1000 ਵਾਰ ਸੋਚ ਲਓ, ਬੋਲਣ ਤੋਂ ਪਹਿਲਾਂ ਸੋਚ ਲਓ ਕਿ ਇਹ ਬੋਲ ਕੌੜੇ ਤੇ ਨਹੀਂ, ਮੈਨੂੰ ਕੌੜੇ ਲੱਗਦੇ ਨੇ, ਕਿਸੇ ਹੋਰ ਨੂੰ ਵੀ ਲੱਗਣਗੇ। ਪੈਰ ਫਿਸਲਣ ਨਾਲੋਂ ਚੰਗਾ ਹੈ, ਜ਼ੁਬਾਨ ਫਿਸਲਣ ਨਾਲੋਂ ਚੰਗਾ ਕਿ ਪੈਰ ਫਿਸਲ ਜਾਏ। ਪੈਰ ਫਿਸਲਿਆ ਬੰਦਾ ਰੁਕ ਜਾਂਦਾ ਹੈ, ਜ਼ੁਬਾਨ ਫਿਸਲ ਜਾਏ ਨਾ ਫਿਰ ਬਹੁਤ ਔਖਾ ਹੁੰਦਾ ਹੈ, ਫਿਰ ਬੜਾ ਦੁੱਖ ਹੁੰਦਾ ਹੈ। ਪੈਰ ਫਿਸਲਿਆ ਬੰਦਾ ਬਚ ਜਾਂਦਾ ਹੈ, ਜ਼ੁਬਾਨ ਫਿਸਲਿਆ ਬੰਦਾ ਬਚਦਾ ਨਹੀਂ, ਕਿਉਂਕਿ ਜ਼ੁਬਾਨ ਫਿਸਲ ਜਾਏ
ਉਹ ਪੂਰੇ ਦੁਨੀਆ ਨੂੰ ਦੁਸ਼ਮਣ ਬਣਾ ਲੈਂਦੀ ਹੈ। ਸਭ ਤੋਂ ਵੱਡਾ ਧਰਮ ਕਿਹੜਾ ਹੈ? ਇਸ ਜ਼ੁਬਾਨ ਨੂੰ ਕਾਬੂ ਚ ਕਰਨਾ। ਛੋਟਾ ਜਿਹਾ ਮਾਸ ਦਾ ਟੁਕੜਾ ਹੈ, ਕੁਝ ਗ੍ਰਾਮ ਦੀ ਹੈ, ਪਰ ਇਸ ਕੁਝ ਗ੍ਰਾਮ ਦੀ ਜੀਵ ਨੂੰ ਸੰਭਾਲਣਾ ਬੜਾ ਔਖਾ ਹੈ। ਇਹਦਾ ਵਜ਼ਨ ਬਹੁਤ ਹੈ। ਸਰੀਰ ਦਾ ਵਜ਼ਨ ਬੰਦਾ ਚੁੱਕ ਸਕਦਾ ਹੈ, ਪਰ ਆ ਕੁਝ ਗ੍ਰਾਮ ਜੀਵ ਦਾ ਵਜ਼ਨ ਚੁੱਕਣਾ ਬੜਾ ਔਖਾ ਹੈ। ਇਹਨੂੰ ਕਾਬੂ ਕਰਨਾ ਬੜਾ ਔਖਾ ਹੈ। ਇਹਦੇ ਚ ਹੱਡੀ ਕੋਈ ਨਹੀਂ ਹੁੰਦੀ, ਪਰ ਤਗੜੀ ਇੰਨੀ ਹੈ ਕਈਆਂ ਦੀਆਂ ਹੱਡੀਆਂ ਤੋੜਾ ਸਕਦੀ ਹੈ। ਇਹ ਜ਼ੁਬਾਨ ਜਿਹੜੀ ਹੈ ਇਹ ਬੜੀ ਖਤਰਨਾਕ ਹੈ। ਵਰਤਣਾ ਆ ਜਾਏ ਤੇ ਜਿਹਨੂੰ ਵਰਤਣਾ ਆ ਜਾਏ ਉਹਦੇ ਵਰਗੀ ਮਹਾਨ ਚੀਜ਼ ਕੋਈ ਨਹੀਂ। ਇਸ ਜ਼ੁਬਾਨ ਨੂੰ ਚਾਹੇ ਤੁਸੀਂ ਤਲਵਾਰ ਬਣਾ ਲਓ, ਕਿਸੇ ਦੇ ਦਿਲ ਨੂੰ ਚੀਰਦੇ ਜਾਓ, ਤੁਹਾਡੇ ਹੱਥ ਵਿੱਚ ਹੈ। ਚਾਹੇ ਇਸ ਜ਼ੁਬਾਨ ਨੂੰ ਤੁਸੀਂ ਮਲਮ ਬਣਾ ਲਓ, ਕਿਸੇ ਦੇ ਜ਼ਖਮਾਂ ਤੇ ਖੁਸ਼ੀ ਦੀ ਮਲਮ ਲਾਉਂਦੇ ਰਹੋ, ਕਿਸੇ ਨੂੰ ਖੁਸ਼ੀ ਦੇ ਦਿਓ, ਇਹ ਤੁਹਾਡੇ ਹੱਥ ਵਿੱਚ ਹੈ। ਤੁਸੀਂ ਦੀ ਵਰਤੋਂ ਕਿਵੇਂ ਕਰਦੇ ਹੋ? ਇਸੇ ਕਰਕੇ ਮਨੁੱਖ 1-2 ਸਾਲ ਦੀ ਉਮਰ 'ਚ ਬੋਲਣਾ ਤੇ ਸਿੱਖ ਜਾਂਦਾ ਹੈ, ਪਰ ਕੀ ਬੋਲਣਾ ਹੈ, ਕਿੱਥੇ ਬੋਲਣਾ ਹੈ, ਕਿਵੇਂ ਬੋਲਣਾ ਹੈ, ਇਹਨਾਂ ਚੀਜ਼ਾਂ ਨੂੰ ਸਿੱਖਣ ਵਾਸਤੇ ਕਈ ਵਾਰੀ ਉਮਰਾਂ ਲੰਘ ਜਾਂਦੀਆਂ ਨੇ। 80 ਸਾਲ ਦੇ ਕਈ ਵਾਰੀ ਬਜ਼ੁਰਗਾਂ ਨੂੰ ਨਹੀਂ ਪਤਾ ਹੁੰਦਾ ਕੀ ਬੋਲਣਾ ਹੈ। 80 ਸਾਲ ਦੇ ਬਜ਼ੁਰਗ ਜ਼ਿੰਦਗੀ ਗੁਜ਼ਰ ਗਈ, ਅਜੇ ਵੀ ਕੌੜਾ ਬੋਲ ਰਹੇ ਨੇ, ਗਾਲਾਂ ਕੱਢ ਰਹੇ ਨੇ, ਅਜੇ ਵੀ ਨਿੰਦਿਆ ਕਰ ਰਹੇ ਨੇ। ਬੋਲਣਾ ਤੇ ਸਿੱਖ ਗਏ ਨੇ, ਪਰ 80 ਸਾਲ ਹੋ ਗਏ, ਇਹ ਨਹੀਂ ਪਤਾ ਲੱਗਿਆ ਕਿ ਬੋਲਣਾ ਕੀ ਹੈ। ਬਾਬਾ ਬੋਲਣਾ क्या कही है? जैसे राम नाम रब रही है, केड़े बोल बोलिए कि रब याद रवे। प्रभु दी बाणी, प्रभु दी भगती ਉਹ ਮਿਠਾਸ ਹੈ, ਕੁੜੱਤਨ ਨੂੰ ਦੂਰ ਕਰ ਦਿੰਦੀ ਹੈ। ਬਾਣੀ ਰੋਕਿਆ ਰਹਿ ਦੁਆਰ। ਆ ਜਿਹੜੀ ਬਾਣੀ ਹੈ ਨਾ, ਪ੍ਰਭੂ ਦੀ ਭਗਤੀ, ਪ੍ਰਭੂ ਦੀ ਬਾਣੀ, ਇਹ ਕੀ ਕਰਦੀ ਹੈ? ਰੋਕਿਆ ਰਹਿ ਦੁਆਰ। ਬਾਣੀ ਮੈਨੇ ਬੋਲ, ਪ੍ਰਭੂ ਦੀ ਸਿਫਤ ਸਲਾਹ ਦੇ ਬੋਲ। ਰੋਕਿਆ ਮੈਨੇ ਮਨ ਨੂੰ ਰੋਕ ਲਿਆ, ਵਿਕਾਰਾਂ ਵੱਲੋਂ। ਮਨੁੱਖ ਦਾ ਜਿਹੜਾ ਵਿਕਾਰਾਂ ਵੱਲੋਂ ਰੋਕਿਆ ਹੋਇਆ ਮਨ ਹੈਗਾ। ਰਹਿ ਦੁਆਰ, ਇਹ ਫਿਰ ਰਹਿ ਮੈਨੇ ਰੁਕ ਜਾਂਦਾ ਹੈ, ਵਿਕਾਰਾਂ ਵੱਲੋਂ ਰੁਕ ਜਾਂਦਾ ਹੈ। ਦੁਆਰ ਪ੍ਰਭੂ ਦੇ ਦਰ ਤੇ ਟਿਕ ਜਾਂਦਾ ਹੈ। ਇਹ ਬਾਣੀ ਜਿਹੜੀ ਹੈ, ਇਸ ਬਾਣੀ ਦੇ ਨਾਲ ਮਨ ਵਿਕਾਰਾਂ ਵੱਲੋਂ ਰੁਕ ਜਾਂਦਾ ਹੈ। ਬਾਣੀ ਜਿਹੜੀ ਹੈ ਮਨ ਨੂੰ ਵਿਕਾਰਾਂ ਵਾਲੇ ਪਾਸੇ ਜਾਣ ਤੋਂ ਰੋਕ ਲੈਂਦੀ ਹੈ, ਵਿਸ਼ਿਆਂ ਵਿਕਾਰਾਂ ਤੋਂ ਰੋਕ ਲੈਂਦੀ ਹੈ। ਵਿਕਾਰ ਰੁਕ ਜਾਂਦੇ ਨੇ। ਬਾਣੀ ਐਸੀ ਚੀਜ਼ ਹੈ। ਮਨ ਨੂੰ ਕੋਈ ਨਵੀਂ ਕਲੋਨੀ ਹੋਵੇ, ਤੇ ਨਵੀਆਂ ਕਲੋਨੀਆਂ ਵਿੱਚ ਆਮ ਤੌਰ ਤੇ ਕੀ ਹੁੰਦਾ ਵੈ? ਇੱਕ ਚੌਂਕੀਦਾਰ ਜਿਹੜਾ ਹੈ ਉਹ ਰੱਖਿਆ ਜਾਂਦਾ ਹੈ, ਤੇ ਚੌਂਕੀਦਾਰ ਨੂੰ ਹਦਾਇਤ ਹੁੰਦੀ ਹੈ ਕੋਈ ਅਜਨਬੀ, ਬੇਗਾਨਾ, ਕੋਈ ਅਣਜਾਣ ਆਦਮੀ, ਕੋਈ ਓਪਰਾ ਬੰਦਾ ਸਿੱਧਾ ਕਲੋਨੀ 'ਚ ਨਾ ਜਾਏ। ਪਹਿਲਾਂ ਪੁੱਛ ਲਿਓ ਉਹ ਕੌਣ ਹੈ, ਉਹਦਾ ਨਾਮ ਕੀ ਹੈ, ਕਿੱਥੋਂ ਹੈ, ਤੇ ਇਹਨੇ ਕਿਹਨੂੰ ਮਿਲਣਾ ਹੈ। ਐਵੇਂ ਨਾ ਅੰਦਰ ਆਣ ਦਿਓ। ਕੋਈ ਗਲਤ ਅਨਸਰ ਸਾਡੀ ਇਸ ਨਵੀਂ ਕਲੋਨੀ 'ਚ ਆ ਨਾ ਜਾਏ। ਅੱਜ ਕੱਲ੍ਹ ਆਮ ਤੌਰ ਤੇ ਜਿਹੜੀਆਂ ਕਲੋਨੀਆਂ ਸੁਸਾਇਟੀਆਂ ਬਣਦੀਆਂ ਨੇ, ਉਹ ਵਾਚਮੈਨ ਰੱਖ ਦਿੰਦੀਆਂ ਨੇ ਗੇਟ ਦੇ ਉੱਪਰ। ਉਹ ਵਾਚਮੈਨ ਜਿਹੜਾ ਹੈ ਉਹ ਪੱਕਾ ਕਰਕੇ ਹੀ ਕਿਸੇ ਨੂੰ ਅੰਦਰ ਜਾਣ ਦਿੰਦਾ ਹੈ। ਇਹ ਗਲਤ ਅਨਸਰ ਤੇ ਨਹੀਂ, ਕੋਈ ਚੋਰ ਤੇ ਨਹੀਂ, ਕੋਈ ਡਾਕੂ ਲੁਟੇਰਾ ਤੇ ਨਹੀਂ, ਕਿਸੇ ਨੂੰ ਮਿਲਣ ਵਾਸਤੇ ਆਇਆ ਕੌਣ ਹੈ। ਇਸੇ ਤਰ੍ਹਾਂ ਸਾਡਾ ਸਰੀਰ ਕਲੋਨੀ ਹੈ। ਇਸ ਕਲੋਨੀ ਦੇ ਦਰਵਾਜ਼ੇ ਬੜੇ ਨੇ, 9 ਦਰਵਾਜ਼ੇ ਤੇ ਬਾਹਰ ਹੀ ਖੁੱਲੇ ਨੇ। ਅੱਖਾਂ, ਨੱਕ, ਕੰਨ, ਮੂੰਹ ਆਦਿਕ 9 ਦੁਆਰੇ ਪ੍ਰਗਟ ਕੀਏ, ਤੇ ਇਹਨਾਂ ਦਰਵਾਜ਼ਿਆਂ ਦੇ ਰਾਹੀਂ ਕੋਈ ਵੀ ਅੰਦਰ ਚਲਾ ਜਾਂਦਾ ਹੈ। ਇਹਨਾਂ ਦਰਵਾਜ਼ੇ ਦੇ ਰਾਹੀਂ ਕਦੀ ਪਰਾਇਆ ਧਨ ਅੰਦਰ ਚਲ ਜਾਂਦਾ ਹੈ, ਕਦੀ ਪਰਾਇਆ ਰੂਪ ਚਲ ਜਾਂਦਾ ਹੈ, ਕਦੀ ਨਿੰਦਿਆ ਚੁਗਲੀ ਕੰਨਾਂ 'ਚ ਵੜ ਜਾਂਦੀ ਹੈ, ਕਦੀ ਨਸ਼ੇ ਮੂੰਹ ਦੇ ਰਾਹੀਂ ਅੰਦਰ ਚਲੇ ਜਾਂਦੇ ਨੇ। ਕਿੰਨਾ ਕੁਛ ਹੈ। ਗੁਰੂ ਨੇ ਕਿਹਾ ਵੀ ਤੂੰ ਆਪਣੀ ਸਰੀਰ ਰੂਪੀ ਕਲੋਨੀ ਦੀ ਸੰਭਾਲ ਕਿਉਂ ਨਹੀਂ ਕਰਦਾ? ਪੁੱਛਿਆ ਜੀ ਕਿਵੇਂ ਕਰਾਂ? ਸਤਿਗੁਰੂ ਆਖਦੇ ਨੇ ਪਹਿਰੇਦਾਰ ਰੱਖ, ਇਹਨਾਂ ਦਰਵਾਜ਼ਿਆਂ ਤੇ ਪਹਿਰੇ ਲਗਾ ਦੇ। ਪੁੱਛਿਆ ਕਿਹੜੇ ਪਹਿਰੇ ਲਗਾਵਾਂ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਾਣੀ ਦੇ ਪਹਿਰੇ ਲਵਾ ਦੇ। ਉਹ ਦਰਵਾਜ਼ੇ ਤੇ ਰੁਕ ਜਾਣਗੇ ਤੇ ਵਿਕਾਰਾਂ ਨੂੰ ਅੰਦਰ ਦਾਖਲ ਨਹੀਂ ਹੋਣ ਦੇਣਗੇ। ਸ਼ਬਦ ਦੇ ਪਹਿਰੇ ਲਗਾ ਦੇ, ਕਿਉਂਕਿ ਇਹ ਉਹ ਦਰਵਾਜ਼ੇ ਨੇ ਜਿਨ੍ਹਾਂ ਰਾਹੀਂ ਵਿਕਾਰ ਅੰਦਰ ਚਲੇ ਜਾਂਦੇ ਨੇ। ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਗੁਰੂ ਨੇ ਆ ਮੋਰੀਆਂ ਦਿਖਾ ਦਿੱਤੀਆਂ, ਅੱਖਾਂ, ਕੰਨ, ਨੱਕ, ਜਿਹਦੇ ਅੰਦਰੋਂ ਵਿਕਾਰ ਅੰਦਰ ਚਲੇ ਜਾਂਦੇ ਨੇ। ਤੇ ਗੁਰੂ ਨੇ ਕੀ ਕੀਤਾ? ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਮੂੰਦ ਲੀਏ ਦਰਵਾਜੇ, ਬਾਜੇ ਲੈ ਅਨੰਦ ਬਾਜੇ। ਗੁਰੂ ਨੇ ਦਰਵਾਜ਼ੇ ਬੰਦ ਕਰ ਦਿੱਤੇ। ਅੱਖਾਂ ਤੇ ਸ਼ਬਦ ਨਾਲ ਅੱਖਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ। ਅੱਖਾਂ ਤੇ ਸ਼ਬਦ ਦਾ ਪਹਿਰਾ ਬਿਠਾ ਦਿੱਤਾ। ਹੁਣ ਜਦੋਂ ਪਰ ਧਨ, ਪਰ ਰੂਪ ਅੰਦਰ ਜਾਣ ਲੱਗਦਾ ਹੈ, ਤੇ ਉਹ ਸ਼ਬਦ ਜਿਹੜਾ ਪਹਿਰੇ ਤੇ ਬੈਠਾ ਉਹ ਬੋਲ ਉੱਠਦਾ ਵੈ। ਪਰ ਤ੍ਰੈ ਰੂਪ ਨਾ ਵੇਖਿਆ ਨੇਤਰ,
ਅੱਖੀ ਸੂਤਕ ਵੇਖਣਾ ਪਰ ਤ੍ਰੈ ਪਰ ਧਨ ਰੂਪ। ਉਹ ਸ਼ਬਦ ਪਰਾਏ ਧਨ ਪਰਾਏ ਰੂਪ ਨੂੰ ਅੰਦਰ ਜਾਣ ਹੀ ਨਹੀਂ ਦਿੰਦਾ। ਗੁਰੂ ਨੇ ਕੰਨਾਂ ਤੇ ਸ਼ਬਦਾਂ ਦਾ ਪਹਿਰਾ ਬਿਠਾ ਦਿੱਤਾ। ਜਦੋਂ ਨਿੰਦਿਆ ਚੁਗਲੀ ਵਿਕਾਰੀ ਗੀਤ ਅੰਦਰ ਜਾਣ ਲੱਗਣ, ਗੁਰੂ ਦਾ ਸ਼ਬਦ ਬੋਲ ਉੱਠਦਾ ਹੈ, ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਏ। ਗੁਰੂ ਦਾ ਸ਼ਬਦ ਬੋਲ ਉੱਠਦਾ ਹੈ, ਮੇਰੇ ਮੋਹਨ ਸਰਬਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਜਦੋਂ ਨਸ਼ੇ ਜ਼ੁਬਾਨ ਰਾਹੀਂ ਅੰਦਰ ਜਾਣ ਲੱਗਦੇ ਨੇ, ਜ਼ੁਬਾਨ ਤੇ ਗੁਰੂ ਦੇ ਸ਼ਬਦ ਦਾ ਪਹਿਰਾ ਹੁੰਦਾ ਹੈ। ਗੁਰੂ ਦਾ ਸ਼ਬਦ ਕਹਿ ਦਿੰਦਾ ਹੈ, ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ, ਜਿਤ ਪੀਤੈ ਖਸਮ ਵਿਸਰੈ, ਦਰਗਾਹ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚਈ, ਚੇਕਾ ਪਾਰ ਵਸਾਏ। ਇਹ ਹੈ ਗੁਰ ਦਿਖਲਾਈ ਮੋਰੀ, ਜਿਤ ਨਿਰਗ ਪੜਤ ਹੈ ਚੋਰੀ, ਮੂੰਦ ਲੀਏ ਦਰਵਾਜੇ ਬਾਜੀਲੇ ਅਨਹਦ ਬਾਜੇ। ਇਹ ਦਰਵਾਜ਼ੇ ਹੀ ਬੰਦ ਕਰ ਦਿੱਤੇ। ਬਾਣੀ ਰੋਕਿਆ ਰਹਿ ਦੁਆਰ। ਬਾਣੀ ਰਾਹੀਂ, ਪ੍ਰਭੂ ਦੀ ਭਗਤੀ ਰਾਹੀਂ, ਪ੍ਰਭੂ ਦੇ ਗੁਣਾਂ ਦੀ ਵਿਚਾਰ ਦੇ ਰਾਹੀਂ ਰੋਕਿਆ ਰਹਿ ਦੁਆਰ। ਇਹਨਾਂ ਵਿਕਾਰਾਂ ਨੂੰ ਦਰਵਾਜ਼ੇ ਤੇ ਰੋਕ ਲਿਆ ਜਾਂਦਾ ਹੈ। ਭਾਵ ਇਹ ਰੁਕ ਗਏ, ਰਹਿ ਦੁਆਰ। ਉਹ ਜੀਵ ਪ੍ਰਭੂ ਦੇ ਦੁਆਰ ਤੇ ਟਿਕਿਆ ਰਹਿੰਦਾ ਹੈ। ਇਹ ਬਾਣੀ ਜਿਹੜੀ ਹੈ ਵਿਕਾਰਾਂ ਨੂੰ ਰੋਕ ਦਿੰਦੀ ਹੈ। ਇਹ ਗੁਰੂ ਦਾ ਸ਼ਬਦ, ਪ੍ਰਭੂ ਦਾ ਗਿਆਨ, ਰੱਬੀ ਗੁਣ ਵਿਕਾਰਾਂ ਨੂੰ ਜੀਵਨ ਚ ਦਾਖਲ ਨਹੀਂ ਹੋਣ ਦਿੰਦੇ। ਉਹ ਜੀਵ ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ। ਉਹਦੀ ਪ੍ਰਭੂ ਨਾਲ ਸਾਂਝ ਬਣੀ ਰਹਿੰਦੀ ਹੈ। ਭਾਵ ਸ਼ੁਭ ਗੁਣ ਜਿਹੜੇ ਨੇ, ਰੱਬੀ ਗੁਣ ਜਿਹੜੇ ਨੇ, ਇਹੀ ਸਾਨੂੰ ਵਿਕਾਰਾਂ ਤੋਂ ਰੋਕ ਸਕਦੇ ਨੇ, ਹੋਰ ਕੋਈ ਰੋਕਣ ਵਾਲਾ ਨਹੀਂ। ਇਹਨਾਂ ਗੁਣਾਂ ਦੇ ਨਾਲ ਹੀ ਜ਼ਿੰਦਗੀ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਦੂਰ ਕਰਨਾ, ਸਤ ਸੰਤੋਖ, ਆਸਾ ਤ੍ਰਿਸ਼ਨਾ ਆਦਿਕ ਨੂੰ, ਸਤ ਸੰਤੋਖ ਦਇਆ ਧਰਮ ਨੂੰ ਜ਼ਿੰਦਗੀ ਵਿੱਚ ਲੈ ਕੇ ਆਣਾ, ਆਸਾ ਤ੍ਰਿਸ਼ਨਾ ਆਦਿਕ ਨੂੰ ਬਾਹਰ ਕੱਢ ਦੇਣਾ। ਤੇ ਜਿਹੜਾ ਮਨੁੱਖ ਬਾਣੀ ਦੇ ਰਾਹੀਂ ਪਹਿਰਾ ਬਿਠਾ ਦਿੰਦਾ ਸ਼ੁਭ ਗੁਣਾਂ ਦਾ, ਆਪਣੇ ਅੱਖਾਂ, ਨੱਕ, ਕੰਨ ਆਦਿਕ ਦੇ ਵਿਕਾਰ ਅੰਦਰ ਜਾਂਦੇ ਨਹੀਂ ਹਨ, ਵਿਕਾਰ ਰੁਕ ਜਾਂਦੇ ਨੇ ਬਾਹਰ ਹੀ। ਉਹ ਜੀਵ ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਬਾਣੀ ਰੁਕਿਆ ਰਹਿ ਦੁਆਰ, ਤਉ ਮਨ ਮਤਵਾਰੂ ਪੀਵਨਹਾਰ। ਤਉ ਮੈਨੇ ਫਿਰ ਮਨ ਮਤਵਾਰੂ, ਮਨ ਜਿਹੜਾ ਨਾਮ ਦੇ ਮਸਤੀ ਵਿੱਚ ਆ ਜਾਂਦਾ ਹੈ। ਪੀਵਨਹਾਰ, ਨਾਮ ਨੂੰ ਪੀਣ ਵਾਲਾ ਜਿਹੜਾ ਮਨ ਹੈ, ਉਹ ਨਾਮ ਨੂੰ ਪੀਣ ਵਾਲਾ ਬਣ ਜਾਂਦਾ ਹੈ, ਮਸਤੀ ਦੇ ਵਿੱਚ ਆ ਜਾਂਦਾ ਹੈ। ਮਸਤ ਹੋਇਆ ਮਨ ਉਸ ਨਾਮ ਅੰਮ੍ਰਿਤ ਨੂੰ ਪੀਣ ਲੱਗ ਜਾਂਦਾ ਹੈ। ਉਸ ਨਾਮ ਅੰਮ੍ਰਿਤ ਦੇ ਨਾਲ ਉਹਦੀ ਸਾਂਝ ਬਣ ਜਾਂਦੀ ਹੈ। ਆ ਹੈ ਬਾਬਾ ਮਨ ਮਤਵਾਰੋ, ਨਾਮ ਰਸ ਪੀਵੇਂ ਸਹਿਜ ਰੰਗ ਰਸ ਰਚਿਆ, ਐਨਸ ਬਣੀ ਪ੍ਰੇਮ ਨੇ ਲਾਗੀ, ਸ਼ਬਦ ਅਨਾਥ ਰਿਹਾ। ਮੰਗਲਵਾਰੇ ਲੈ ਮਾਹੀਤ। ਉਸ ਤੋਂ ਬਾਅਦ ਅਗਲਾ ਦਿਨ ਆ ਗਿਆ ਮੰਗਲਵਾਰ। ਮੰਗਲਵਾਰ ਜਿਹੜਾ ਹੈ, ਮੰਗਲ ਦੇਵਤੇ ਦੀ ਪੂਜਾ ਕੀਤੀ ਜਾਂਦੀ ਹੈ। ਮੰਗਲ ਨੂੰ ਲਾਲ ਰੰਗ ਬੜਾ ਚੰਗਾ ਲੱਗਦਾ ਹੈ, ਇਸ ਕਰਕੇ ਲੋਕ ਮੰਗਲਵਾਰ ਨੂੰ ਲਾਲ ਕੱਪੜਾ ਦਾਨ ਕਰਦੇ ਨੇ, ਜਾਂ ਲਾਲ ਰੰਗ ਦੇ ਫਲ ਮੰਦਿਰਾਂ ਜਾ ਕੇ ਭੇਟ ਕਰਦੇ ਨੇ, ਲਾਲ ਚੀਜ਼ਾਂ, ਉਹਨੂੰ ਲਾਲ ਰੰਗ ਚੰਗਾ ਲੱਗਦਾ ਹੈ। ਤੇ ਮੰਗਲਵਾਰ ਨੂੰ ਜਿਹੜਾ ਮੰਗਲ ਦੀ ਪੂਜਾ ਕਰਦਾ ਹੈ, ਮੰਗਲ ਦਾ ਵਰਤ ਰੱਖਦਾ ਹੈ, ਲਾਲ ਚੀਜ਼ਾਂ ਭੇਟ ਕਰਦਾ ਹੈ, ਮੰਨਿਆ ਜਾਂਦਾ ਕਿ ਮੰਗਲ ਦੇਵਤਾ ਉਹਦੇ ਤੇ ਖੁਸ਼ ਹੋ ਜਾਂਦਾ ਹੈ ਕਿ ਇਹਨੇ ਆਹ ਚੀਜ਼ਾਂ ਮੈਨੂੰ ਦਿੱਤੀਆਂ ਨੇ, ਮੈਂ ਹੁਣ ਖੁਸ਼ ਹੋ ਜਾਵਾਂਗਾ। ਜਿਹੜਾ ਉਹਨੂੰ ਨਹੀਂ ਚੀਜ਼ਾਂ ਦਿੰਦਾ ਉਹਦੇ ਤੇ ਖੁਸ਼ ਨਹੀਂ ਹੁੰਦਾ। ਲੋਕ ਮੰਗਲ ਨੂੰ ਜ਼ਿੰਦਗੀ ਚ ਚਾਹੁੰਦੇ ਨੇ ਕਿ ਮੰਗਲ ਦੀ ਪੂਜਾ ਕਰਦੇ ਨੇ, ਪਰ ਮੰਗਲ ਦੀ ਪੂਜਾ ਕਰਨ ਨਾਲ ਜੀਵਨ ਮੰਗਲਮਈ ਨਹੀਂ ਹੁੰਦਾ। ਜੀਵਨ ਨੂੰ ਮੰਗਲਮਈ ਬਣਾਉਣਾ ਹੈ ਤੇ ਪ੍ਰਭੂ ਨਾਲ ਸਾਂਝ ਬਣੀ ਪਏਗੀ। ਔਰ ਮੰਗਲ ਕੋਈ ਦੇਵਤਾ ਨਹੀਂ ਹੈ, ਬਲਕਿ ਮੰਗਲ ਵੀ ਇੱਕ ਬਾਕੀ ਗ੍ਰਹਿਆਂ ਦੀ ਤਰ੍ਹਾਂ ਇੱਕ ਗ੍ਰਹਿ ਹੀ ਹੈ ਬਸ, ਜਿਹੜਾ ਸਾਡੀ ਧਰਤੀ ਦਾ ਸੂਰਜ ਮੰਡਲ ਤੋਂ ਚੌਥੇ ਨੰਬਰ ਤੇ ਗ੍ਰਹਿ ਹੈ। ਔਰ ਚੌਥੇ ਨੰਬਰ ਦਾ ਗ੍ਰਹਿ ਸਾਡੀ ਧਰਤੀ ਤੋਂ 7 ਕਰੋੜ ਕਿਲੋਮੀਟਰ ਦੂਰ ਹੈ। ਸਾਡੀ ਧਰਤੀ ਤੋਂ ਕਾਫੀ ਛੋਟਾ ਹੈ। ਔਰ ਕਮਾਲ ਦੀ ਗੱਲ, ਸੂਰਜ ਦੁਆਲੇ ਇਹ ਇੱਕ ਚੱਕਰ ਜਿਹੜਾ 687 ਦਿਨਾਂ ਚ ਪੂਰਾ ਕਰਦਾ ਹੈ। ਕਿਉਂਕਿ ਚੌਥੇ ਨੰਬਰ ਤੇ ਨਾ, ਸਾਡੀ ਧਰਤੀ ਤੀਜੇ ਨੰਬਰ ਤੇ ਹੈ, 365 ਦਿਨ ਚ ਚੱਕਰ ਪੂਰਾ ਕਰ ਲੈਂਦੀ ਹੈ, ਪਰ ਇਹ 687 ਦਿਨ ਲਾਉਂਦਾ ਹੈ। ਤੇ ਇਸ ਮੰਗਲ ਦੇ 2 ਚੰਦਰਮਾ ਨੇ, ਜਿਵੇਂ ਸਾਡੀ ਧਰਤੀ ਦਾ ਇੱਕ ਚੰਦਰਮਾ ਹੈ, ਔਰ ਚੰਦਰਮਾ ਇਹ ਸਾਡਾ ਛੋਟਾ ਹੈ, ਔਰ ਇਹਦੀ ਗ੍ਰੈਵਿਟੀ ਵੀ ਘੱਟ ਹੈ। ਧਰਤੀ 4 ਗੁਣਾ ਵੱਡੀ ਚੰਦਰਮਾ ਤੋਂ, ਧਰਤੀ ਦੀ ਗ੍ਰੈਵਿਟੀ ਜ਼ਿਆਦਾ ਹੈ। ਮਤਲਬ ਜਿਵੇਂ ਸਾਡਾ ਧਰਤੀ ਤੇ
ਮੇਰਾ ਧਰਤੀ ਤੇ 60 ਕਿਲੋ ਭਾਰ ਹੈ, ਤੇ ਜੇ ਮੈਂ ਚੰਦਰਮਾ ਤੇ ਪਹੁੰਚ ਜਾਵਾਂ ਤੇ ਮੇਰਾ ਚੰਦਰਮਾ ਤੇ ਭਾਰ ਸਿਰਫ 10 ਕਿਲੋ ਰਹਿ ਜਾਏਗਾ। ਜਿਨ੍ਹਾਂ ਦਾ 90 ਕਿਲੋ ਭਾਰ ਹੈ ਧਰਤੀ ਤੇ, ਉਹ ਚੰਦਰਮਾ ਤੇ ਜਾਣ ਕੇ ਉਹਨਾਂ ਦਾ 15 ਕਿਲੋ ਭਾਰ ਰਹਿ ਜਾਏਗਾ। ਜਿਨ੍ਹਾਂ ਦਾ 120 ਕਿਲੋ ਭਾਰ ਧਰਤੀ ਤੇ ਉਹ ਚੰਦਰਮਾ ਤੇ ਜਾਣਗੇ, ਉਹਨਾਂ ਦਾ ਤਾਂ 20 ਕਿਲੋ ਰਹਿ ਜਾਏਗਾ। ਇਸ ਕਰਕੇ ਇਹ ਨਾ ਸੋਚਣ ਵੀ ਸਾਡਾ ਭਾਰ ਬਹੁਤ ਜ਼ਿਆਦਾ ਹੈ, ਉਹ ਅਸਲ 'ਚ ਗਲਤ ਗ੍ਰਹਿ ਤੇ ਪੈਦਾ ਹੋ ਗਏ। ਅਸਲ 'ਚ ਉਹ ਚੰਦਰਮਾ ਦੇ ਵਾਸੀ ਸਨ, ਉਹਨਾਂ ਦਾ ਭਾਰ ਤੇ 20 ਕਿਲੋ ਸੀ ਸਾਰਾ। ਗਲਤ ਗ੍ਰਹਿ ਤੇ ਆ ਗਏ ਤਾਂ 120 ਕਿਲੋ ਲੱਗਦਾ। ਮਤਲਬ ਚੰਦਰਮਾ ਦੀ ਗ੍ਰੈਵਿਟੀ ਘੱਟ ਹੈ, ਇਸ ਕਰਕੇ ਉੱਥੇ ਭਾਰ ਵੀ ਘੱਟ ਹੈ। ਇੱਥੇ ਅਸੀਂ ਛਾਲ ਮਾਰਦੇ ਹਾਂ, 2, 3, 4 ਫੁੱਟ ਉੱਚਾ ਟੱਪ ਲਾਂਗੇ, ਉੱਥੇ ਤੇ ਬੰਦਾ 15, 20 ਫੁੱਟ ਉੱਚਾ ਛਾਲਾ ਹੀ ਮਾਰਦਾ ਜਾਏ। ਗ੍ਰੈਵਿਟੀ ਘੱਟ ਹੈ ਨਾ। ਸਾਡੀ ਧਰਤੀ ਦਾ ਇੱਕ ਚੰਦਰਮਾ ਹੈ, ਪਰ ਸਾਡੀ ਧਰਤੀ ਤੋਂ ਜਿਹੜਾ ਮੰਗਲ ਗ੍ਰਹਿ ਚੌਥਾ ਗ੍ਰਹਿ ਹੈ, ਉਹਦੇ ਆਪਣੇ 2 ਚੰਦਰਮਾ ਨੇ। ਮੰਗਲਵਾਰੇ ਲੈ ਮਾਹੀਤ। ਜਦੋਂ ਮੰਗਲਵਾਰ ਦੀ ਗੱਲ ਕੀਤੀ ਤੇ ਉਦੋਂ ਭਗਤ ਕਬੀਰ ਜੀ ਆਖਦੇ ਨੇ, ਮੰਗਲਵਾਰੇ ਲੈ ਮਾਹੀਤ, ਮਾਹੀਤ ਮੈਨੇ ਕਿਲਾ, ਘੇਰਾ। ਜੇ ਮਨੁੱਖ ਆਪਣੇ ਮਨ ਦੇ ਆਲੇ ਦੁਆਲੇ ਉਸੇ ਬਾਣੀ ਦਾ, ਉਸੇ ਭਗਤੀ ਦਾ ਘੇਰਾ ਬਣਾ ਲਵੇ, ਉਦੋਂ ਕੀ ਹੋਏਗਾ ਜ਼ਿੰਦਗੀ ਵਿੱਚ? ਪੰਜ ਚੋਰ ਕੀ ਜਾਣੇ ਰੀਤ। ਉਹਨੂੰ 5 ਚੋਰਾਂ ਦੀ ਰੀਤੀ ਪਤਾ ਲੱਗ ਜਾਏਗੀ ਵੀ ਉਹ ਕਿਵੇਂ ਕਰਦੇ ਨੇ, ਕਿਵੇਂ ਸਾਡੇ ਜੀਵਨ ਨੂੰ ਲੁੱਟ ਲੈਂਦੇ ਨੇ। ਤੇ ਜੇ ਮਨੁੱਖ ਆਪਣੇ ਆਲੇ ਦੁਆਲੇ ਸਿਫਤ ਸਲਾਹ ਦਾ ਕਿਲਾ ਬਣਾ ਲਵੇ, ਭਗਤੀ ਦਾ ਕਿਲਾ ਬਣਾ ਲਵੇ, ਉਹਨੂੰ ਫਿਰ ਮੰਗਲ ਗ੍ਰਹਿ ਨੂੰ ਪੂਜ ਕੇ ਜ਼ਿੰਦਗੀ 'ਚ ਮੰਗਲ ਲਿਆਉਣ ਦੀ ਲੋੜ ਨਹੀਂ ਪਏਗੀ। ਉਹ ਤੇ ਇੱਕ ਗ੍ਰਹਿ ਹੈ, ਉਹ ਤੇ ਇੱਕ ਜ਼ਮੀਨ ਹੈ ਬਸ। ਜਿਵੇਂ ਸਾਡੀ ਧਰਤੀ ਹੈ, ਉਦਾਂ ਉਹ ਵੀ ਇੱਕ ਧਰਤੀ ਹੈ, ਉਹ ਵੀ ਇੱਕ ਗ੍ਰਹਿ ਹੈ। ਉਹਨੇ ਕਿਸੇ ਦਾ ਕੁਝ ਸਵਾਰਨਾ ਨਹੀਂ ਹੈ। ਇਸ ਕਰਕੇ ਜੇ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ 'ਚ ਦੁੱਖ, ਕਲੇਸ਼, ਵਿਕਾਰ ਨਾ ਹੋਣ, ਸਾਨੂੰ ਆਪਣੇ ਆਲੇ ਦੁਆਲੇ ਰੱਬੀ ਗਿਆਨ ਦਾ ਕਿਲਾ ਬਣਾਉਣਾ ਪਏਗਾ, ਪ੍ਰਭੂ ਦੀ ਸਿਫਤ ਸਲਾਹ ਦਾ ਘੇਰਾ ਬਣਾਉਣਾ ਪਏਗਾ। ਮੰਗਲਵਾਰੇ ਲੈ ਮਾਹੀਤ। ਜਿਹੜਾ ਕੋਈ ਇਹ ਮੁਹੀਤ ਮੈਨੇ ਕਿਲਾ, ਘੇਰਾ, ਮੁਹੀਤ ਤੋਂ ਮਾਹੀਤ ਬਣਿਆ। ਜਿਹੜਾ ਕੋਈ ਇਹ ਕਿਲਾ ਮੁਹੀਤ ਬਣਾ ਲੈਂਦਾ ਹੈ, ਘੇਰਾ ਬਣਾ ਲੈਂਦਾ ਹੈ, ਉਹ ਰੱਬੀ ਭਗਤੀ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਕਰ ਲੈਂਦਾ ਹੈ। ਜਿਵੇਂ ਰਮਾਇਣ ਦੀ ਇੱਕ ਘਟਨਾ ਹੈ ਕਿ ਜਦੋਂ ਬਨਵਾਸ ਦਾ ਸਮਾਂ ਸੀ, ਸ਼੍ਰੀ ਰਾਮ ਚੰਦਰ, ਲక్ష్మణ ਤੇ ਸੀਤਾ ਜੰਗਲ ਦੇ ਵਿੱਚ ਸਨ। ਸੀਤਾ ਨੂੰ ਪਿਆਸ ਲੱਗੀ, ਉਹਨੇ ਸ਼੍ਰੀ ਰਾਮ ਚੰਦਰ ਜੀ ਨੂੰ ਕਿਹਾ ਕਿ ਪਿਆਸ ਲੱਗੀ, ਪਾਣੀ ਚਾਹੀਦਾ ਹੈ। ਸ਼੍ਰੀ ਰਾਮ ਚੰਦਰ ਪਾਣੀ ਲੈਣ ਚਲੇ ਗਏ। ਕੁਝ ਥਾਵਾਂ ਦੇ ਉੱਪਰ ਵੈਸੇ ਇਹ ਆਂਦਾ ਜ਼ਿਕਰ ਕਿ ਸੋਨੇ ਦਾ ਹਿਰਨ ਲੰਘਿਆ ਕੋਲੋਂ ਦੀ, ਜਿਹੜਾ ਇੱਕ ਧੋਖਾ ਸੀ, ਛਲ ਸੀ, ਕਿਉਂਕਿ ਹਿਰਨ ਸੋਨੇ ਦੇ ਨਹੀਂ ਹੋਇਆ ਕਰਦੇ। ਤੇ ਸੀਤਾ ਨੇ ਜਿੱਦ ਕੀਤੀ, ਮੈਨੂੰ ਸੋਨੇ ਦਾ ਹਿਰਨ ਚਾਹੀਦਾ ਹੈ। ਸ਼੍ਰੀ ਰਾਮ ਚੰਦਰ ਆਖਦੇ ਨੇ, ਹੁਣੇ ਲੈ ਆਣਾ। ਚਾਣਕੀ ਇਹ ਗੱਲ ਲਿਖਦਾ ਹੈ ਕਿ ਜਦੋਂ ਬੰਦੇ ਦੀ ਮੱਤ ਮਾਰੀ ਜਾਏ, ਉਦੋਂ ਇਹ ਮੱਤ ਜਿਹੜੀ ਹੈ, ਇਹ ਪੈਗੰਬਰ, ਔਲੀਏ, ਅਵਤਾਰ ਵੀ ਨਹੀਂ ਦੇਖਦੀ। ਚਾਣਕੇ ਲਿਖਦਾ ਆਪਣੀ ਚਾਣਕੀ ਨੀਤੀ ਦੇ ਵਿੱਚ ਕਿ ਉਦੋਂ ਵੱਡੇ ਵੱਡੇ ਪੀਰ ਪੈਗੰਬਰ ਵੀ ਜਿਹੜੇ ਨੇ, ਉਹ ਸੋਨੇ ਦੇ ਹਿਰਨਾਂ ਦੇ ਪਿੱਛੇ ਤੁਰ ਪੈਂਦੇ ਨੇ। ਉਹਦਾ ਇਸ਼ਾਰਾ ਸ਼੍ਰੀ ਰਾਮ ਚੰਦਰ ਵੱਲ ਸੀ। ਸ਼੍ਰੀ ਰਾਮ ਚੰਦਰ ਨੂੰ ਆਖਦੇ, ਮੈਨੂੰ ਸੋਨੇ ਦਾ ਹਿਰਨ ਚਾਹੀਦਾ। ਕਹਿਣ ਲੱਗੇ, ਹੁਣੇ ਲੈ ਆਣਾ ਵਾ। ਸ਼੍ਰੀ ਰਾਮ ਚੰਦਰ ਤੀਰ ਕਮਾਨ ਚੁੱਕ ਕੇ ਸੋਨੇ ਦੇ ਹਿਰਨ ਪਿੱਛੇ ਦੌੜ ਪਏ। ਉਹ ਸੀ ਮਰੀਚ ਰਾਖਸ਼, ਜਿਵੇਂ ਉਹਨਾਂ ਦੀ ਮੈਥੋਲੋਜੀ ਦੀ ਕਹਾਣੀ ਹੈ। ਜਦੋਂ ਸ਼੍ਰੀ ਰਾਮ ਚੰਦਰ ਨੇ ਮਰੀਚ ਨੂੰ ਤੀਰ ਮਾਰਿਆ, ਉਹ ਜ਼ਖਮੀ ਹੋ ਕੇ ਜ਼ਮੀਨ ਤੇ ਡਿੱਗਿਆ। ਉਹਨੇ ਉੱਚੀ ਸਾਰੀ ਆਵਾਜ਼ ਦਿੱਤੀ, ਹੇ ਲక్ష్మణ, ਹੇ ਸੀਤੇ, ਮੈਨੂੰ ਬਚਾਓ। ਸੀਤਾ ਨੇ ਸੋਚਿਆ ਵੀ ਸ਼ਾਇਦ ਸ਼੍ਰੀ ਰਾਮ ਚੰਦਰ ਦੀ ਆਵਾਜ਼ ਹੈ, ਉਹ ਮੁਸੀਬਤ 'ਚ ਫਸ ਗਏ ਨੇ। ਉਹਨੇ ਲక్ష్మణ ਨੂੰ ਕਿਹਾ ਵੀ ਜਾ ਕੇ ਆਪਣੇ ਵੱਡੇ ਭਰਾ ਦੀ ਮਦਦ ਕਰ। ਲక్ష్మణ ਆਖਦੇ, ਜੰਗਲ ਦੇ ਵਿੱਚ ਮੈਂ ਤੁਹਾਡੀ ਰਾਖੀ ਵਾਸਤੇ ਇੱਥੇ ਤਾਇਨਾਤ ਹਾਂ, ਮੈਂ ਤੁਹਾਨੂੰ ਇਕੱਲੇ ਕਿਵੇਂ ਛੱਡ ਕੇ ਚਲਾ ਜਾਵਾਂ। ਸੀਤਾ ਜੀ ਆਖਦੇ, ਨਹੀਂ, ਤੈਨੂੰ ਮੇਰਾ ਹੁਕਮ ਹੈ, ਜਾਣਾ ਪੈਣਾ। ਉਦੋਂ ਲక్ష్మణ ਨੇ ਇੱਕ ਝੌਂਪੜੀ ਦੇ ਆਲੇ ਦੁਆਲੇ ਲਕੀਰ ਖਿੱਚੀ ਤੇ ਕਹਿ ਦਿੱਤਾ, ਹੈ ਸੀਤਾ ਮਾਤਾ, ਵੀ ਇਹ ਹੈ ਲక్ష్మణ ਰੇਖਾ, ਇਹ ਹੈ ਲక్ష్మణ ਕਾਰ, ਕਾਰ ਮੈਨੇ ਰੇਖਾ। ਇਸ ਲక్ష్మణ ਰੇਖਾ ਦੇ ਅੰਦਰ ਰਹੇਗੀ, ਤੇਰਾ ਕੋਈ ਕੁਛ ਨਹੀਂ ਵਿਗਾੜ ਸਕਦਾ। ਜਦੋਂ ਲక్ష్మణ ਰੇਖਾ ਟੱਪ ਜਾਏਗੀ, ਉਦੋਂ ਤੇਰੀ ਰਾਖੀ ਦਾ ਮੇਰੇ ਸਿਰ ਕੋਈ ਜ਼ਿੰਮਾ ਨਹੀਂ ਹੋਏਗਾ। ਸੀਤਾ ਆਖਦੀ, ਕੋਈ ਗੱਲ ਨਹੀਂ, ਤੂੰ ਜਾ, ਆਪਣੇ ਭਰਾ ਦੀ ਮਦਦ ਕਰ, ਮੈਂ ਅੰਦਰ ਹੀ ਰਵਾਂਗੀ। ਲక్ష్మణ ਚਲਾ ਗਿਆ ਸ਼੍ਰੀ ਰਾਮ ਚੰਦਰ ਨੂੰ ਲੱਭਣ ਵਾਸਤੇ। ਜਿਵੇਂ ਰਾਵਣ ਨੇ ਜਾਲ ਬਣਾਏ ਹੋਏ ਸੀ ਸਾਰਾ, ਇਹ ਰਾਵਣ ਆ ਗਿਆ ਸਾਧੂ ਦਾ ਭੇਸ ਬਣਾ ਕੇ। ਆ ਕੇ ਉਹਨੇ ਭਿੱਖਿਆ ਮੰਗੀ। ਸੀਤਾ ਆਖਦੀ, ਵੀ ਅੰਦਰ ਆ ਕੇ ਭਿੱਖਿਆ ਲੈ ਲਓ, ਮੈਂ ਲਕੀਰ ਤੋਂ ਬਾਹਰ ਨਹੀਂ ਆ ਸਕਦੀ। ਰਾਵਣ ਆਖਦਾ, ਮੈਂ ਲਕੀਰ ਦੇ ਅੰਦਰ ਨਹੀਂ ਆ ਸਕਦਾ, ਤੈਨੂੰ ਬਾਹਰ ਆ ਕੇ ਭਿੱਖਿਆ ਲੈਣੀ ਪਏਗੀ। ਸੀਤਾ ਨੇ ਉਹ ਲਕੀਰ ਟੱਪੀ ਤੇ ਰਮਾਇਣ ਦੀ ਜੰਗ ਦਾ ਮੁੱਢ ਉਸ ਵੀ ਨਹੀਂ ਵੱਜ ਗਿਆ। ਜੇ ਸੀਤਾ ਲੀਕ ਨਾ ਟੱਪਦੀ, ਕਿਉਂ ਰਾਵਣ ਲੈ ਜਾਂਦਾ, ਰਸਤੇ ਛੋੜ, ਰਸਤੇ ਪੈਂਦਾ, ਦਰ ਦਰ ਧੱਕੇ ਖਾਂਦਾ।
ਜੇ ਲਕੀਰ ਨਾ ਟੱਪਦੀ ਤੇ ਜੰਗ ਹੋਣੀ ਨਹੀਂ ਸੀ। ਲਕੀਰ ਟੱਪੀ ਤੇ ਜੰਗ ਦਾ ਮੁੱਢ ਬਚ ਗਿਆ। ਉਹ ਲਕੀਰ ਕੀ ਸੀ? ਉਹ ਲਕੀਰ ਸੀ ਇੱਕ ਸਿਧਾਂਤ, ਇੱਕ ਨਿਯਮ, ਇੱਕ ਮਰਿਆਦਾ, ਕਿ ਇਹਨਾਂ ਨਿਯਮਾਂ ਦੇ ਅੰਦਰ ਰਹੇਗੀ ਤੇ ਕੋਈ ਤੇਰਾ ਕੁਝ ਨਹੀਂ ਵਿਗਾੜ ਸਕਦਾ। ਇਸ ਨਿਯਮਾਂ ਦੇ ਵਿੱਚੋਂ, ਇਹਨਾਂ ਅਸੂਲਾਂ ਚੋਂ ਬਾਹਰ ਨਿਕਲ ਜਾਏਗੀ। ਜਦੋਂ ਅਸੂਲਾਂ ਤੋਂ ਬਾਹਰ ਨਿਕਲ ਜਾਏਗੀ, ਤੇਰੀ ਰਾਖੀ ਦਾ ਜਿੰਮਾ ਨਹੀਂ ਰਹੇਗਾ। ਉਹਨੇ ਉਹ ਮਰਿਆਦਾ ਤੋੜ ਦਿੱਤੀ, ਉਹਨੇ ਉਹ ਨਿਯਮ ਤੋੜ ਦਿੱਤੇ, ਉਦੋਂ ਹੀ ਛਲੀ ਗਈ, ਉਦੋਂ ਹੀ ਠੱਗੀ ਗਈ। ਗੁਰੂ ਅਰਜਨ ਦੇਵ ਪਾਤਸ਼ਾਹ ਆਖਦੇ ਨੇ, ਸਿੱਖਾ ਆ ਮੈਂ ਵੀ ਤੇਰੇ ਆਲੇ ਦੁਆਲੇ ਇੱਕ ਲਕੀਰ ਖਿੱਚ ਦਿਆਂ। ਇਹ ਲਛਮਣ ਕਾਰ ਨਹੀਂ, ਮੈਂ ਤੇਰੇ ਆਲੇ ਦੁਆਲੇ ਇੱਕ ਰਾਮਕਾਰ ਖਿੱਚ ਕੇ ਜਾਵਾਂਗਾ। ਪੁੱਛਿਆ ਸਤਿਗੁਰੂ, ਰਾਮਕਾਰ ਤੇ ਲਛਮਣ ਕਾਰ ਚ ਕੀ ਫਰਕ ਹੈ? ਸਤਿਗੁਰੂ ਆਖਦੇ ਨੇ, ਲਛਮਣ ਕਾਰ ਦੇ ਵਿੱਚ ਭਾਵੇਂ ਕੋਈ ਜੰਗਲੀ ਜਾਨਵਰ ਆਦਮੀ ਨਹੀਂ ਜਾ ਸਕਦਾ, ਪਰ ਉਸ ਲਛਮਣ ਕਾਰ ਦੇ ਅੰਦਰ ਦੁੱਖ, ਸੁੱਖ, ਗਰੀਬੀ ਹੈ, ਮੌਤ ਹੈ, ਸਾਰਾ ਕੁਝ ਹੈ। ਜਿਹੜੀ ਮੈਂ ਤੇਰੇ ਆਲੇ ਦੁਆਲੇ ਰਾਮ ਕਰ ਖਿੱਚ ਕੇ ਜਾਵਾਂਗਾ, ਤੇਰੇ ਸਾਹ ਲੈਣ ਤੋਂ ਬਿਨਾਂ ਤੱਤੀ ਵਾਹ ਵੀ ਅੰਦਰ ਦੀ ਜਾਏਗੀ। ਤਾਤੀ ਵਾਹ ਨਾ ਲਾ ਗਈ, ਪਾਰ ਬ੍ਰਹਮ ਸ਼ਰਨਾਈ, ਚੋ ਗਿਰਦ ਹਮਾਰੇ ਰਾਮਕਾਰ, ਦੁੱਖ ਲਗੇ ਨਾ ਪਾਈ। ਰਾਮਕਾਰ ਅੰਦਰ ਰਹੀ, ਸਾਹ ਲੈਣ ਤੋਂ ਬਿਨਾਂ ਤੱਤੀ ਹਵਾ ਵੀ ਤੈਨੂੰ ਨਹੀਂ ਪਏਗੀ, ਕੋਈ ਦੁੱਖ ਰੋਗ ਵਿਕਾਰ ਤੈਨੂੰ ਵਿਆਪ ਨਹੀਂ ਸਕੇਗਾ। ਉਹ ਰਾਮਕਾਰ ਕਿਹੜੀ ਹੈ? ਉਹ ਰਾਮਕਾਰ ਹੈ ਗੁਰਬਾਣੀ ਦਾ ਸਿਧਾਂਤ, ਉਹ ਰਾਮਕਾਰ ਹੈ ਗੁਰੂ ਦੀ ਦਿੱਤੀ ਹੋਈ ਮਰਿਆਦਾ। ਜਦੋਂ ਅਸੀਂ ਮਰਿਆਦਾ ਦੀ ਲਕੀਰ ਟੱਪਦੇ ਹਾਂ, ਅਸੀਂ ਦੁਖੀ ਹੋ ਜਾਂਦੇ ਹਾਂ। ਜਿਹੜਾ ਰੱਬੀ ਹੁਕਮਾਂ ਦੇ ਵਿੱਚ, ਗੁਰੂ ਦੀ ਮਰਿਆਦਾ ਦੇ ਵਿੱਚ, ਬਾਣੀ ਭਗਤੀ ਦੀ ਕਾਰ ਦੇ ਅੰਦਰ ਰਹਿੰਦਾ ਹੈ, ਉਹਦੀ ਜ਼ਿੰਦਗੀ 'ਚ ਦੁੱਖ ਨਹੀਂ ਆਉਂਦੇ। ਉਹ ਦੁੱਖਾਂ ਵਿੱਚ ਰਹਿੰਦਿਆਂ ਵੀ ਚੜ੍ਹਦੀ ਕਲਾ 'ਚ ਰਹਿੰਦਾ ਹੈ, ਉਹਨੂੰ ਕੋਈ ਦੁਖੀ ਨਹੀਂ ਕਰ ਸਕਦਾ। ਆਹ ਹੈ ਘੇਰਾ, ਆਹ ਹੈ ਕਿਲਾ, ਆਹ ਹੈ ਕਾਰ ਭਗਤੀ ਦੀ, ਬਾਣੀ ਦੀ। ਮੰਗਲਵਾਰੇ ਲੈ ਮਾਹੀਤ, ਸਿੱਖਾ ਆਪਣੇ ਆਲੇ ਦੁਆਲੇ ਤੂੰ ਆਹ ਲਕੀਰ ਕਿਉਂ ਨਹੀਂ ਖਿੱਚ ਲੈਂਦਾ? ਜਿਹੜੀ ਭਗਤ ਕਬੀਰ ਜੀ ਕਹਿ ਰਹੇ ਨੇ ਕਿ ਜਿਸ ਮਨੁੱਖ ਨੇ ਆਪਣੇ ਆਲੇ ਦੁਆਲੇ ਰੱਬੀ ਭਗਤੀ ਦੀ ਲਕੀਰ ਖਿੱਚ ਲਈ, ਰੱਬੀ ਹੁਕਮਾਂ ਦਾ ਕਿਲਾ ਬਣਾ ਲਿਆ, ਰੱਬੀ ਹੁਕਮਾਂ ਦੇ ਕਿਲੇ ਵਿੱਚ ਰਹਿੰਦਾ ਹੈ, ਰੱਬੀ ਨਿਯਮਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰਦਾ ਹੈ। ਪੰਜ ਚੋਰ ਕੀ ਜਾਣੈ ਰੀਤ, ਉਹ ਪੰਜਾਂ ਚੋਰਾਂ ਦੀ ਰੀਤ ਸਮਝ ਲੈਂਦਾ ਹੈ ਵੀ ਇਹਦੀ ਰੀਤ ਕੀ ਹੈ, ਇਹਨਾਂ ਦਾ ਢੰਗ ਕੀ ਹੈ ਲੁੱਟਣ ਦਾ, ਇਹਨਾਂ ਦਾ ਤਰੀਕਾ ਕੀ ਲੁੱਟਣ ਦਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਿਵੇਂ ਮੈਨੂੰ ਲੁੱਟ ਲੈਂਦੇ ਨੇ, ਉਸ ਗੱਲ ਨੂੰ ਸਮਝ ਲੈਂਦਾ ਹੈ। ਫਿਰ ਉਹ ਕਿਲੇ ਚੋਂ ਬਾਹਰ ਨਹੀਂ ਜਾਂਦਾ, ਕਿਲਾ ਉਹਦੀ ਰਾਖੀ ਕਰਦਾ ਹੈ। ਘਰ ਛੋਟੇ ਬਾਹਰ ਜਿਨ ਜਾਏ, ਤੇ ਜਿਹੜਾ ਹਿਰਦੇ ਘਰ ਦੇ ਅੰਦਰ ਰਹਿੰਦਾ ਹੈ, ਬਾਹਰ ਨਹੀਂ ਜਾਂਦਾ। ਭਗਤ ਜੀ ਆਖਦੇ ਨੇ, ਘਰ ਛੋਡੇ ਬਾਹਰ ਜਿਨ ਜਾਏ। ਜਿਨ ਮੈਨੇ ਮਤਾਂ, ਇੱਥੇ ਜਿਨ ਦਾ ਅਰਥ ਮਤਾਂ ਹੈ। ਜਿਵੇਂ ਭਗਤ ਉਦਾਸ ਨੂੰ ਮਾਂ ਆਖਦੀ ਹੈ ਨਾ ਕਿ ਰਾਮ ਕਹਿਣਾ ਛੱਡ ਦੇ, ਤੇ ਭਗਤ ਉਦਾਸ ਆਖਦੇ ਨੇ, ਰਾਮ ਬੜਾ ਮਹਿੰਗਾ ਹੈ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਉੱਥੇ ਜਿਨ ਦਾ ਅਰਥ ਹੈ ਮਤਾਂ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮਤਾਂ ਮੇਰੀ ਪ੍ਰੀਤ ਗੋਬਿੰਦ ਨਾਲੋਂ ਘਟ ਜਾਏ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਜਿੰਦ ਦੇ ਬਦਲੇ ਪ੍ਰੀਤ ਲਈ ਹੈ, ਮਤਾਂ ਘਟ ਜਾਏ। ਜਿਨ ਦਾ ਇੱਥੇ ਅਰਥ ਮਤਾਂ। ਘਰ ਛੋਡੇ ਬਾਹਰ ਜਿਨ ਜਾਏ, ਮਤਾ ਘਰ ਛੱਡ ਕੇ ਤੂੰ ਬਾਹਰ ਚਲਾ ਜਾਏ। ਮਤਾ ਇਹ ਭਗਤੀ ਦਾ ਕਿਲਾ ਛੱਡ ਕੇ, ਮਤਾ ਰੱਬੀ ਨਿਯਮਾਂ ਨੂੰ ਤੋੜ ਕੇ ਬਾਹਰ ਚਲਾ ਜਾਏ। ਜੇ ਰੱਬੀ ਨਿਯਮਾਂ ਨੂੰ ਤੋੜ ਕੇ ਬਾਹਰ ਚਲਾ ਜਾਏਗਾ, ਬੜਾ ਦੁਖੀ ਹੋਏਗਾ। ਘਰ ਛੋਡੇ ਬਾਹਰ ਜਿਨ ਜਾਏ, ਫਿਰ ਕੀ ਹੋਏਗਾ? ਨਾਤਰ ਖਰਾ ਰਿਸੈ ਹੈ ਰਾਏ। ਨਾਤਰ ਨਹੀਂ ਤਾਂ ਜੇ ਤੂੰ ਚਲਾ ਗਿਆ ਨਾ ਬਾਹਰ, ਖਰਾ ਮੈਨੇ ਬਹੁਤ, ਰਿਸੈ ਖਿੱਚ ਜਾਏਗਾ, ਹੈ ਰਾਏ ਆ ਮਨ ਰਾਜਾ ਬੜਾ ਖਿੱਚ ਜਾਏਗਾ, ਦੁਖੀ ਹੋ ਜਾਏਗਾ, ਵਿਕਾਰਾਂ ਚ ਪੈ ਕੇ ਦੁਖੀ ਹੋਵੇਗਾ। ਜੇ ਤੂੰ ਰੱਬੀ ਹੁਕਮਾਂ ਤੋਂ ਬਾਹਰ ਜ਼ਿੰਦਗੀ ਬਤੀਤ ਕੀਤੀ, ਜੇ ਰੱਬੀ ਨਿਯਮਾਂ ਤੋਂ ਬਾਹਰ ਜਾ ਕੇ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕੀਤੀ, ਤੇ ਇਹ ਵਿਕਾਰ ਬੜਾ ਦੁੱਖ ਦੇਣਗੇ, ਮਨ ਦੁਖੀ ਹੋ ਜਾਏਗਾ। ਇਸ ਕਰਕੇ ਰੱਬੀ ਹੁਕਮਾਂ ਦੇ ਦਾਇਰੇ ਅੰਦਰ ਰਹੇਗਾ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕੁਛ ਨਹੀਂ ਵਿਗਾੜ ਸਕਦੇ। ਮੰਗਲਵਾਰੇ ਲੈ ਮਾਹੀਤ, ਪੰਜ ਚੋਰ ਕੀ ਜਾਣੈ ਰੀਤ। ਘਰ ਛੋਡੇ ਬਾਹਰ ਜਿਨ ਜਾਏ, ਮਤਾ ਤੂੰ ਰੱਬੀ ਨਿਯਮਾਂ ਦੇ ਦਾਇਰੇ ਤੋਂ ਬਾਹਰ ਨਿਕਲ ਜਾਏ। ਨਾਤਰ ਖਰਾ ਰਿਸੈ ਹੈ ਰਾਏ, ਨਹੀਂ ਤੇ ਫਿਰ ਬਾਹਰ ਜਾ ਕੇ ਇਹ ਮਨ ਬੜਾ ਦੁਖੀ ਹੋਏਗਾ, ਬੜਾ ਵਿਕਾਰਾਂ ਚ ਫਸ ਜਾਏਗਾ। ਭਾਵ ਰੱਬੀ ਹੁਕਮਾਂ ਦੇ ਵਿੱਚ ਜਿਹੜਾ ਜ਼ਿੰਦਗੀ ਬਤੀਤ ਕਰਦਾ ਹੈ, ਰੱਬੀ ਹੁਕਮ ਕੀ ਨੇ? ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਰਤਾ, ਨਿਰਮਾਨਤਾ, ਨਿਸ਼ਕਾਮਤਾ, ਨੇਕ ਨੀਤੀ, ਸੱਚਾਈ, ਇਮਾਨਦਾਰੀ, ਇਹ ਸਾਰੇ ਗੁਣ ਨੇ। ਜਿਹੜਾ ਇਹਨਾਂ ਗੁਣਾਂ ਦੇ ਅਨੁਸਾਰ ਜ਼ਿੰਦਗੀ ਨੂੰ ਬਤੀਤ ਕਰਦਾ ਹੈ, ਉਹ ਜ਼ਿੰਦਗੀ ਵਿੱਚ ਸੁਖੀ ਤੇ ਸ਼ਾਂਤ ਰਹਿੰਦਾ ਹੈ। ਉਹ ਪੰਜਾਂ ਚੋਰਾਂ ਦੀ ਰੀਤ ਸਮਝ ਲੈਂਦਾ ਹੈ। ਰੀਤ ਮੈਨੇ ਤਰੀਕਾ ਸਮਝ ਲੈਂਦਾ ਹੈ ਕਿ ਇਹਨਾਂ ਨੂੰ ਕਾਬੂ ਚ ਕਰਨਾ ਹੈ, ਕਾਮ ਨੂੰ ਗ੍ਰਸਤ ਵਿੱਚ ਬਦਲ ਲੈਣਾ ਹੈ, ਕ੍ਰੋਧ ਨੂੰ ਬੀ ਰਸ ਵਿੱਚ ਕਨਵਰਟ ਕਰ ਲੈਣਾ ਹੈ,
ਲੋਭ ਨੂੰ ਰੱਬੀ ਯਾਦ ਵਿੱਚ ਕਨਵਰਟ ਕਰ ਲੈਣਾ ਹੈ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਮਨ ਲੁਭਾਨ ਹੋ ਜਾਏ ਰੱਬ ਦਾ, ਤੇ ਲੋਭ ਸੰਤੋਖ ਵਿੱਚ ਬਦਲ ਜਾਏ, ਮੋਹ ਜਿਹੜਾ ਪ੍ਰੇਮ ਚ ਬਦਲ ਜਾਏ, ਤੇ ਹੰਕਾਰ ਜਿਹੜਾ ਹੈ ਉਹ ਸਵੈਮਾਨ ਦੇ ਵਿੱਚ ਬਦਲ ਜਾਏ। ਉਹ ਇਹਨਾਂ ਪੰਜਾਂ ਵਿਕਾਰਾਂ ਦੀ ਰੀਤੀ ਸਮਝ ਲੈਂਦਾ ਹੈ ਕਿ ਢੰਗ ਕੀ ਇਹਨਾਂ ਨੂੰ ਵਰਤਣ ਦਾ। ਮਤਾਂ ਤੂੰ ਪ੍ਰਭੂ ਦੇ ਨਿਯਮਾਂ ਨੂੰ ਤੋੜ ਕੇ ਬਾਹਰ ਚਲਾ ਜਾਏ, ਦੁਖੀ ਹੋਏਗਾ। ਇਸ ਕਰਕੇ ਰੱਬੀ ਨਿਯਮਾਂ ਦੇ ਵਿੱਚ ਹੀ ਸਾਰੇ ਸੁੱਖ ਨੇ। ਰੱਬੀ ਗੁਣਾਂ ਦੇ ਅਨੁਸਾਰ ਜ਼ਿੰਦਗੀ ਨੂੰ ਜੀਉ ਕੇ ਹੀ ਅਸੀਂ ਸੁਖੀ ਤੇ ਸ਼ਾਂਤ ਹੋ ਸਕਦੇ ਹਾਂ। ਹੋਈਆਂ ਭੁੱਲਾਂ ਖਿਮਾ ਕਰਨੀਆਂ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।